ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿੱਜਰ ਸਾਹਿਬ। ਹਾਂਜੀ ਅਸੀਂ ਅੱਜ ਨਿੱਜਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸਾਧ ਸੰਗਤ ਨੂੰ ਜੀ ਗੁਰਕੀ ਸਾਹਿਬ ਸਤਿ ਵਾਹਿਗੁਰੂ ਸ੍ਰੀ ਜੀ ਕਾ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਜੀ। ਹਾਂਜੀ ਨਿੱਜਰ ਸਾਹਿਬ ਕੀ ਕਹਿ ਰਹੇ ਸੀ ਆਪ? ਮੈਂ ਕਹਿ ਰਿਹਾ ਸੀਗਾ ਬਈ ਅੱਜ ਆਪਾਂ ਨੇ ਜਿਹੜਾ ਹੈਗਾ 9ਵਾਂ ਸ਼ਲੋਕ ਲੈਣਾ ਹੈ ਕਬੀਰ ਜੀ ਦਾ 1364 ਅੰਗ ਦੇ ਉੱਤੇ। ਕਬੀਰ ਜੀ ਦੇ ਸ਼ਲੋਕ ਲੈ ਰਹੇ ਹਾਂ ਆਪਾਂ। ਸ਼ਲੋਕ ਜਿਹੜਾ ਹੁੰਦਾ ਹੈ ਇਹਦੇ ਵਿੱਚ ਜਿਹੜਾ ਹੈਗਾ ਸ਼ਲੋਕ ਬਾਣੀ ਦੇ ਵਿੱਚ ਦੇਖੋ ਸ਼ਬਦ ਹੁੰਦੇ ਆ, ਸ਼ਲੋਕ ਹੁੰਦੇ ਆ, ਬਾਣੀ ਦੇ ਵਿੱਚ ਪੌੜੀਆਂ ਹੁੰਦੀਆਂ ਆ, ਇਹ ਛੰਤ ਹੁੰਦੇ ਆ, ਇਸ ਤਰ੍ਹਾਂ ਗਿਆਨ ਹੁੰਦਾ ਹੈ। ਸ਼ਬਦ ਜਿਹੜਾ ਹੋਗਾ ਉਹਦੇ ਵਿੱਚ ਰਹਾਉ ਦੀ ਪੰਕਤੀ ਹੁੰਦੀ ਆ। ਸ਼ਲੋਕ ਜਿਹੜਾ ਐਸਾ ਹੈਗਾ ਕਿ ਇਹਦੇ ਵਿੱਚ ਇਹ ਸ਼ਲੋਕ ਕੰਪਲੀਟ ਹੁੰਦਾ ਆ, ਆਪਣੇ ਆਪ ਦੇ ਵਿੱਚ ਕੰਪਲੀਟ ਹੈ। 2 ਲਾਈਨਾਂ ਦੇ 2 ਜਾਂ 4 ਲਾਈਨਾਂ ਦਾ ਸ਼ਲੋਕ, ਉਹਦੇ ਵਿੱਚ ਜਿਹੜਾ ਗਿਆਨ ਜਿਹੜਾ ਲੇਥੂ ਪੇਥੂ ਹੁੰਦਾ ਹੈ ਸ਼ਲੋਕ ਦੇ ਵਿੱਚ, ਗਿਆਨ ਪੂਰਾ ਗਿਆਨ ਕੰਪਲੀਟ ਹੁੰਦਾ ਹੈ ਸ਼ਲੋਕ ਦੇ ਵਿੱਚ। ਉਹਨੂੰ ਕੱਢਣਾ ਹੁੰਦਾ ਹੈ ਭਾਈ ਉਹਦੇ ਵਿੱਚੋਂ। ਆ ਸ਼ਲੋਕ ਮਤਲਬ ਬਿਲਕੁਲ ਜਿਹੜਾ ਹੈਗਾ ਇੱਕਦਮ ਜਿਹੜਾ ਕਰੀਮ, ਬਸ ਉਹਦੇ ਵਿੱਚ ਸਾਰ ਤੱਤ ਵਸਤੂ ਦਿੱਤੀ ਹੁੰਦੀ ਹੈ ਸ਼ਲੋਕ ਦੇ ਵਿੱਚ। ਕੋਈ ਐਗਜ਼ਾਮਪਲ ਨਹੀਂ, ਕੋਈ ਕੁਛ ਨਹੀਂ। ਸ਼ਲੋਕ ਜਿਹੜਾ ਹੈਗਾ ਪੂਰਨ, ਉਹਦੇ ਵਿੱਚੋਂ ਜਿਹੜਾ ਹੈਗਾ ਗਿਆਨ ਆਪਾਂ ਲੈ ਸਕਦੇ ਹਾਂ, ਭਰਪੂਰ ਗਿਆਨ। 9ਵਾਂ ਲੈ ਰਹੇ ਹਾਂ ਆਪਾਂ ਅੰਗ 1364 1364। ਕਬੀਰ ਸੋਈ ਮਾਰੀਏ ਜਿਹ ਮੂਹੈ ਸੁਖ ਹੋਏ, ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੈ ਕੋਏ। ਕਬੀਰ ਜੀ ਕਹਿੰਦੇ ਆ ਦੇਖ ਪਿਆਰਿਆ, ਦੁਨੀਆ ਦੇ ਵਿੱਚ ਆਇਆ ਇੱਕ ਤੈਨੂੰ ਨੁਕਤਾ ਦੇ ਦਿੰਦਾ ਹੈ, ਆਹ ਨੁਕਤਾ ਯਾਦ ਰੱਖ ਲਾ ਆਪਣੇ ਅੰਦਰ ਜਿਹੜਾ ਹੈਗਾ, ਆਪਣੇ ਕਰੈਕਟਰ ਦੇ ਵਿੱਚ ਇਹਨੂੰ ਬਿਲਟ ਕਰ ਲਾ। ਆਪਣੀ ਹਉਮੈ ਨੂੰ ਮਾਰ, ਆਪਣੀ ਆਕੜ ਨੂੰ ਮਾਰ, ਆਪਣੀ ਮੈਂ ਮੇਰੀ ਨੂੰ ਮਾਰ। ਕਬੀਰ ਸੋਈ ਮਾਰੀ, ਆਹੀ ਮਾਰਨੀ ਹੈ, ਇਸੇ ਨੂੰ ਮਾਰਨ ਵਾਸਤੇ ਆਇਆ ਤੂੰ ਦੁਨੀਆ ਦੇ ਵਿੱਚ। ਜਿਹ ਮੂਹੈ ਸੁਖ ਹੋਏ, ਬਸ ਇਹ ਨਹੀਂ ਸੁਖ ਰੋਕਿਆ ਹੋਇਆ ਤੇਰਾ। ਇਹਦੇ ਮਰਨ ਦੇ ਨਾਲ, ਇਹ ਹਉਮੈ ਕਾਬੂ ਆਉਣ ਦੇ ਨਾਲ ਸੁਖੀ ਹੋ ਜਾਏਗਾ। ਜਦ ਤੱਕ ਹਉਮੈ ਹੈ ਤੇ ਨਾਮ ਨੇ ਨਹੀਂ ਰਹਿਣਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਇੱਕ ਮਿਆਨ 'ਚ 2 ਤਲਵਾਰਾਂ ਨਹੀਂ ਰਹਿ ਸਕਦੀਆਂ ਭਾਈ। ਹਉਮੈ ਦੀ ਤਲਵਾਰ ਰੱਖਣੀ ਹੈ ਤੇ ਨਾਮ ਵਾਲੀ ਨਹੀਂ ਆਊਗੀ, ਤੇ ਨਾਮ ਵਾਲੀ ਚਾਹੀਦੀ ਹੈ ਤੇ ਹਉਮੈ ਵਾਲੀ ਕੱਢਣੀ ਪੈਣੀ ਹੈ। ਕਬੀਰ ਸੋਈ ਮਾਰੀਏ ਜਿਹ ਮੂਹੈ ਸੁਖ ਹੋਏ, ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੇ ਕੋਏ। ਦੇਖ ਲਾ ਪਿਆਰਿਆ, ਮੈਂ ਮੇਰੀ ਨਹੀਂ ਹੋਊਗੀ, ਦੁਨੀਆ ਤੇਰਾ ਰਿਸਪੈਕਟ ਕਰੂਗੀ, ਭਲਾ ਭਲਾ ਕਹੂਗੀ। ਜਿੱਥੇ ਮੈਂ ਮੇਰੀ ਨਹੀਂ ਹੈ ਉੱਥੇ ਨਿਮਰਤਾ ਹੈਗੀ, ਗਰੀਬੀ ਹੈਗੀ, ਉੱਥੇ ਸਾਰਿਆਂ ਨੂੰ ਤੇਰੇ ਬੋਲ। ਭਾਵੇਂ ਤੂੰ ਅਗਲੇ ਨੂੰ ਜਿਹੜਾ ਹੈਗਾ ਅਗਲੇ ਦੇ ਸੁਧਾਰ ਵਾਲੀ ਜਾਂ ਹੋਰ ਗੱਲ ਇਸ ਤਰ੍ਹਾਂ ਦੀ ਗੱਲ ਕਰੇਗਾ, ਜੇ ਜਿਹੜਾ ਹੈਗਾ ਉਹਨੂੰ ਪਿਆਰ ਦੇ ਨਾਲ ਹਉਮੈ ਰਹਿਤ ਹੋ ਕੇ ਕਰੇਗਾ ਤੇ ਅਗਲਾ ਤੇਰੀ ਗੱਲ ਨੂੰ ਮੰਨੂਗਾ, ਬੁਰਾ ਨਹੀਂ ਮੰਨੂਗਾ। ਨਹੀਂ ਤਾਂ ਜੇ ਸੱਚਾਈ ਵੀ ਅਗਲੇ ਨੂੰ ਕਹੇਗਾ ਤੇ ਅਗਲੇ ਨੂੰ ਬੁਰਾ ਲੱਗ ਜਾਣੀ। ਕਬੀਰ ਸੋਈ ਮਾਰੀਏ ਜਿਹ ਮੂਹੈ ਸੁਖ ਹੋਏ, ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੇ ਕੋਏ। ਕੋਈ ਬੁਰਾ ਨਹੀਂ ਮੰਨੂਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ। ਹਾਂਜੀ ਪਹਿਲੀ ਤੁਕ ਬੋਲੋ। ਕਬੀਰ ਸੋਈ ਮਾਰੀਏ ਜਿਹ ਮੂਹੈ ਸੁਖ ਹੋਏ, ਪਲੋ ਪਲੋ ਸਭ ਕੋ ਕਹੈ ਬੁਰੋ ਨਾ ਮਾਨੇ ਕੋਏ। ਸਾਰੇ ਵਡਿਆਈ ਕਰਦੇ ਆ, ਸਾਰੇ ਲਾਈਕ ਕਰਦੇ ਆ ਜਿਹੜੇ ਇਨਸਾਨ ਨੂੰ, ਜਿਹਦੀ ਹਉਮੈ ਨਹੀਂ ਹੁੰਦੀ, ਜਿਹੜਾ ਆਪਣੀ ਨਿਮਰਤਾ ਗਰੀਬੀ ਦੇ ਨਾਲ ਗੱਲ ਕਰਦਾ ਹੈ। ਕਹਿੰਦੇ ਬਸ ਉਹਨੂੰ ਸਾਰੇ ਪਸੰਦ ਕਰਦੇ ਆ। ਦੇਖ ਲਓ, ਆਕੜ ਵਾਲੇ ਨੂੰ ਕੋਈ ਪਸੰਦ ਨਹੀਂ ਕਰਦਾ, ਮਜਬੂਰੀ ਹੁੰਦੀ ਹੈ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਇਹ ਤੁਕ ਫਿਰ ਉੱਥੇ ਆ ਗਈ ਹੈ ਕਿ ਜਿਹੜਾ ਸਾਡੇ ਜੀਵਨ ਦਾ ਮਕਸਦ ਹੈ ਨਾ, ਉਹਨੂੰ ਉਹਦੇ ਵੱਲ ਸਾਨੂੰ ਉਂਗਲ ਕਰਦੇ ਨੇ, ਉਹਦੇ ਵੱਲ ਸਾਨੂੰ ਵੇਖਣ ਵਾਸਤੇ ਕਹਿ ਰਹੇ ਨੇ। ਇਹ ਬ੍ਰਹਮ ਗਿਆਨ ਦੀ ਗੱਲ ਕਰਦੇ ਆ। ਵੈਸੇ ਆਪਾਂ ਦੁਨੀਆ ਤੇ ਬਹੁਤ ਕਿਸਮ ਦਾ ਗਿਆਨ ਪ੍ਰਾਪਤ ਕਰਦੇ ਹਾਂ,
ਜਿਹੜਾ ਸਭ ਤੋਂ ਇੰਪੋਰਟੈਂਟ ਗਿਆਨ ਹੁੰਦਾ ਹੈ ਉਹ ਬ੍ਰਹਮ ਗਿਆਨ ਹੁੰਦਾ ਹੈ, ਉਹਨੂੰ ਅਸੀਂ ਲਿਸਟ 'ਚ ਨਹੀਂ ਰੱਖਦੇ। ਇੱਕ ਵੈਸੇ ਵੀ ਇਹ 'ਚ ਕੋਈ ਗਲਤ ਚੀਜ਼ ਨਹੀਂ ਹੈਗੀ, ਬੰਦਾ ਉਹੀ ਕਰਦਾ ਹੈ ਜੋ ਬੰਦੇ ਨੂੰ ਚੰਗਾ ਲੱਗਦਾ ਹੈ, ਤੇ ਉਹਦੇ 'ਚ ਤੇ ਆਪਾਂ ਕਿਸੇ ਨੂੰ ਬਲੇਮ ਤੇ ਨਹੀਂ ਕਹਿ ਸਕਦੇ ਕਿ ਵੀ ਇਹ ਮਤਲਬ ਕਿਸੇ ਨੂੰ ਪਤਾ ਨਹੀਂ ਹੈ। ਹਰ ਕੋਈ ਬੰਦੇ ਦੇ ਜੀਵਨ 'ਚ ਆਪਣੀ ਪਿਓਰਿਟੀ, ਉਹ ਕੋਈ ਕਿਸੇ ਚੀਜ਼ ਨੂੰ ਕਰਨਾ ਚਾਹੁੰਦਾ ਹੈ ਔਰ ਕਿਸੇ ਚੀਜ਼ ਨੂੰ ਨਹੀਂ ਕਰਨਾ ਚਾਹੁੰਦਾ। ਹੁਣ ਇਹ ਤੇ ਹਰ ਇੱਕ ਦੀ ਮਰਜ਼ੀ ਹੈ ਨਾ, ਇਹ 'ਚ ਆਪਾਂ ਕਿਸੇ ਨੂੰ ਗਲਤ ਤੇ ਨਹੀਂ ਕਹਿ ਸਕਦੇ। ਬਟ ਇਹ ਆ ਕਿ ਜੇ ਜਿੱਦਾਂ ਬਾਣੀ 'ਚ ਸਾਨੂੰ ਇਹ ਸਮਝਾਇਆ ਗਿਆ ਵਾ ਕਿ ਜਿੱਦਾਂ ਆ ਕਹਿੰਦੇ ਨਾ ਕਿ ਕਬੀਰ ਸੋਈ ਮਾਰੀਏ ਜਿਸ ਮੂਏ ਸੁਖ ਹੋਏ, ਤੇ ਮਾਰਨ ਨੂੰ ਤੇ ਉਹ ਜਿਹੜੀ ਮੇਨ ਸਾਡੀ ਜ਼ਿੰਦਗੀ ਦੀ ਜਿਹੜੀ ਸਭ ਤੋਂ ਵੱਡੀ ਜਿਹੜੀ ਆ ਉਹ ਹਉਮੈ ਆ। ਹਉਮੈ ਨੂੰ ਮਾਰਨਾ ਬੜਾ ਜ਼ਰੂਰੀ ਹੈ। ਹੁਣ ਦੇਖੋ ਜਿਹੜਾ ਕੁਸ਼ਤਾ ਹੁੰਦਾ, ਜ਼ਹਿਰ ਨੂੰ ਜਦੋਂ ਵੇਖੋ ਕੀ ਕਰਦੇ ਆ, ਉਹਨੂੰ ਵੀ ਇਸ ਤਰੀਕੇ ਨਾਲ ਮਾਰ ਲੈਂਦੇ ਨੇ, ਤੇ ਉਹ ਵੇਖੋ ਉਹ ਜਿਹੜਾ ਵਾ ਤੁਹਾਡੇ ਲਈ ਬੜਾ ਵਧੀਆ ਬਣ ਜਾਂਦਾ, ਉਹ ਤੁਹਾਨੂੰ ਫਾਇਦਾ ਦਿੰਦਾ। ਹੁਣ ਦਵਾਈਆਂ ਜਿਹੜੀਆਂ ਮੋਸਟਲੀ ਪੋਇਜ਼ਨ ਹੀ ਹੁੰਦਾ ਵਾ, ਪਰ ਉਹ ਇੱਕ ਮੈਜਰਮੈਂਟ ਕੀਤੀ ਆ ਉਹਨਾਂ ਨੂੰ, ਉਹਦੀ ਮਤਲਬ ਜਿਹੜੀ ਡੈਂਸਿਟੀ ਚੇਂਜ ਕਰ ਲੈਂਦੇ ਨੇ, ਜਾਂ ਉਹਦਾ ਕੁਛ ਏਦਾਂ ਦਾ ਉਹਨਾਂ ਨੂੰ ਪਤਾ ਹੈ ਕਿੱਦਾਂ ਨੂੰ ਕਰਨਾ, ਉਹ ਜਿਹੜੀ ਚੀਜ਼ ਮੁੜ ਕੇ ਸਾਨੂੰ ਫਾਇਦਾ ਕਰਦੀ ਹੈ। ਇਸੇ ਹੀ ਤਰ੍ਹਾਂ ਦੇਖੋ ਉਹ ਕਹਿੰਦੇ ਨੇ ਕਿ ਤੋਈ ਮਾਰੀਏ ਜੈ ਮੂਏ ਸੁੱਖ ਹੋਏ, ਮਤਲਬ ਕਿ ਹੈ ਤੇ ਚੀਜ਼ ਮਾੜੀ ਆ ਪਰ ਉਹਨੂੰ ਮਾਰਨ ਦੇ ਨਾਲ ਸੁੱਖ ਮਿਲਦਾ। ਜਿੱਦਾਂ ਜ਼ਹਿਰ ਨੂੰ ਮਾਰਿਆ ਨਜਾ ਸਾਹਿਬ, ਬਿਲਕੁਲ ਉਹ ਦਵਾਈ ਬਣ ਗਈ, ਉਹਦਾ ਫਾਇਦਾ ਹੋ ਗਿਆ। ਇਸੇ ਹੀ ਤਰ੍ਹਾਂ ਹਉਮੈ ਜਿਹੜੀ ਹੈ ਨਾ, ਹਉਮੈ ਬਹੁਤ ਮਾੜੀ ਚੀਜ਼ ਹੈ। ਔਰ ਖਾਸ ਕਰਕੇ ਤੁਸੀਂ ਵੇਖੋ ਤੁਹਾਡਾ ਜੀਵਨ ਜਿਹੜਾ ਹਉਮੈ ਦੇ ਲਾਗੇ ਲਾਗੇ ਘੁੰਮੀ ਜਾਂਦਾ। ਹੁਣ ਜਦੋਂ ਤੁਹਾਨੂੰ ਮੈਂ ਇੱਕ ਸਵਾਲ ਕਰ ਲਾਂ, ਮੈਂ ਨੇਜਾ ਸਾਹਿਬ ਕੋਈ ਸਵਾਲ ਕਰ ਲਾਂ, ਚਰਨਜੀਤ ਤੋਂ ਸਵਾਲ ਕਰ ਲਾਂ ਕਿ ਚਰਨਜੀਤ ਤੂੰ ਕੌਣ ਹੈ, ਮੈਂ ਕਹੂੰਗਾ ਮੈਂ ਚਰਨਜੀਤ। ਤੁਸੀਂ ਫੇਰ ਇੱਕ ਸਵਾਲ ਕਰੋ, ਬਈ ਚਰਨਜੀਤ ਤੇਰਾ ਕੋਈ ਪਛਾਣ ਨਹੀਂ ਹੈ, ਚਰਨਜੀਤ ਤੇ ਕਈ ਹੈਗੇ ਨੇ, ਤੇ ਹਜ਼ਾਰਾਂ ਹੀ ਹੋਣੇ ਆ। ਤੂੰ ਲਿਸਟ 'ਚ ਜਾਏਗਾ ਤੇ ਚਰਨਜੀਤ ਤੇਰੀ ਪਹਿਚਾਣ ਨਹੀਂ ਹੈ, ਫਿਰ ਮੈਂ ਕਹੂੰਗਾ ਜੀ ਮੈਂ ਸਰੀਰ ਹੈਗਾ, ਮੈਂ ਫਿਰ ਕਹਿਣਾ ਕਿ ਇਹ ਸਰੀਰ ਵੀ ਤੂੰ ਹੈ ਨਹੀਂ, ਕਿਉਂਕਿ ਤੂੰ ਛੋਟਾ ਜਦੋਂ ਬਚਪਨ 'ਚ ਪੈਦਾ ਹੋਇਆ ਸਾਂ, ਉਸ ਤੋਂ ਪਹਿਲਾਂ ਤੇ ਤੇਰੀ ਕੋਈ ਹੋਂਦ ਨਹੀਂ ਸੀ। ਫਿਰ ਤੂੰ ਕਿੱਦਾਂ ਜੰਮਿਆ, ਮਾਂ ਪਿਓ ਦੇ ਮਿਲਣ ਤੋਂ ਬਾਅਦ ਤੇਰਾ ਜਨਮ ਹੋਇਆ, ਉਸ ਤੋਂ ਬਾਅਦ ਸਮੇਂ ਨਾਲ ਤੇਰਾ ਸਰੀਰ ਬਦਲਦਾ ਪਿਆ। ਤੂੰ ਇਹ ਵੀ ਨਹੀਂ ਹੈਗਾ, ਜੇ ਤੂੰ ਹੈਗਾ ਤਾਂ ਫਿਰ ਇੱਕ ਥਾਂ ਟੇਕੋ ਨਹੀਂ ਜਾਂਦਾ ਨਜਾ ਸਾਹਿਬ। ਬਿਲਕੁਲ ਤੂੰ ਇਹ ਵੀ ਨਹੀਂ। ਇੱਥੇ ਫਿਰ ਔਖਾ ਸਵਾਲ ਆ ਗਿਆ। ਇੱਥੇ ਫਿਰ ਉਹ ਕਹਿੰਦੇ ਆ ਕਿ ਜ਼ਿੰਦਗੀ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਆਪਣਾ ਮਕਸਦ ਆ, ਜਦੋਂ ਤੁਹਾਨੂੰ ਮਨੁੱਖਾ ਜਨਮ ਮਿਲਦਾ ਹੈ ਨਾ, ਦੇਖੋ ਉਹਦੇ 'ਚ ਇੱਕ ਸਭ ਤੋਂ ਕੰਮ ਦਾ ਕੰਮ ਇੱਕੋ ਹੀ ਹੈਗਾ ਕਿ ਆਤਮ ਗਿਆਨ, ਬ੍ਰਹਮ ਗਿਆਨ। ਮੈਂ ਕੌਣ ਆ, ਇਹਦਾ ਸਵਾਲ ਦਾ ਜਵਾਬ ਲੱਭਣਾ। ਹੁਣ ਮੈਂ ਦਾ ਸਵਾਲ ਦਾ ਜਵਾਬ ਮੈਂ ਕੌਣ ਆ, ਤੁਸੀਂ ਕਹੋਗੇ ਮੈਂ ਕਿਉਂ ਨਹੀਂ, ਮੈਂ ਤੇ ਚਰਨਜੀਤ ਨਹੀਂ ਨਾ ਹੈਗਾ। ਮੈਂ ਚਰਨਜੀਤ ਮੇਰੀ ਕੋਈ ਪਛਾਣ ਥੋੜੀ ਆ, ਉਹ ਤਾਂ ਇੱਕ ਕੰਮ ਚਲਾਊ ਆ, ਛੋਟੀ ਮੋਟੀ ਐਕਟੀਵਿਟੀ, ਉਹ ਨਹੀਂ ਹੈ ਸਾਡੀ ਪਛਾਣ। ਹੈ ਸਾਡੀ ਪਛਾਣ ਤੇ ਕੁਛ ਹੋਰ ਹੈ, ਉਹਦੇ ਲਈ ਸਾਰੀ ਇਹ ਕਥਾ ਚੱਲਦੀ ਪਈ ਹੈ। ਜਿੰਨਾ ਗ੍ਰੰਥਾਂ ਦੇ ਵਿੱਚ ਸਮਝਾਇਆ ਹੈ ਕੇਵਲ ਉਸੇ ਚੀਜ਼ ਨੂੰ ਲੱਭਣ ਵਾਸਤੇ। ਉਹ ਕਹਿੰਦੇ ਕਿ ਉਸ ਤੋਂ ਬਿਨਾਂ ਤੂੰ ਖਾਲੀ ਹੱਥ ਜਾਏਗਾ, ਤੈਨੂੰ ਲੱਭਣਾ ਕੁਛ ਨਹੀਂ ਆ, ਉਹ ਤੇ ਤੂੰ ਐਵੇਂ ਹੀ ਖਿਡੌਣਿਆਂ ਨਾਲ ਖੇਡ ਛੱਡਿਆ ਹੀ, ਤੇ ਉਹ ਮੇਨ ਸਵਾਲ ਤੇ ਤੇਰਾ ਉੱਥੇ ਦਾ ਉੱਥੇ ਖਲੋਤਾ। ਉਹ ਵੱਖਰੀ ਗੱਲ ਆ, ਆਪਾਂ ਹੱਲ ਨਾ ਕਰੀਏ, ਕੋਈ ਜਲਦੀ ਨਹੀਂ ਹੈਗੀ, ਕੋਈ ਇਹ ਵੀ ਨਹੀਂ ਕਿ ਤੁਸੀਂ ਮਤਲਬ ਬਹੁਤ ਮਜਬੂਰੀ ਹੈ ਤੁਹਾਨੂੰ ਕਰਨਾ ਚਾਹੀਦਾ, ਨਹੀਂ ਕਰਦੇ ਤਾਂ ਕੋਈ ਨਹੀਂ, ਚੱਲੀ ਜਾਓ, ਫਿਰ ਤੁਰੇ ਜਾਓ। ਕਿਉਂਕਿ ਪ੍ਰਕਿਰਤੀ ਜਿਹੜੀ ਹੈਗੀ ਨਾ, ਪ੍ਰਕਿਰਤੀ ਨੂੰ ਕੋਈ ਕਾਹਲੀ ਨਹੀਂ ਹੈਗੀ ਨਾ, ਪਰ ਪ੍ਰਕਿਰਤੀ ਨੂੰ ਇੱਕ ਤਰਫ ਇੰਟਰਸਟ ਹੈਗਾ ਕਿ ਜਿਹੜਾ ਬ੍ਰਹਮ ਗਿਆਨ ਨੂੰ ਕੋਈ ਗਿਆਨੀ ਹੈਗਾ। ਹੁਣ ਜਿੱਦਾਂ ਆਪਣੇ ਬ੍ਰਹਮ ਗਿਆਨੀ ਨਹੀਂ ਕਹਿ ਦਿੰਦੇ, ਹੁਣ ਇੱਥੇ ਆ ਪੰਜਾਬ 'ਚ ਵੇਖੋ ਆਮ ਹੀ ਲੋਕੀ ਆਪਣੇ ਨਾਂ ਦੇ ਨਾਲ ਬ੍ਰਹਮ ਗਿਆਨੀ ਲਿਖਾ ਲੈਂਦੇ ਆ, ਤੇ ਜਦ ਕਿ ਉਹਨਾਂ ਕੋਲ ਬ੍ਰਹਮ ਗਿਆਨ ਦੀ ਤੇ ਗੱਲ ਕੋਈ ਨਹੀਂ ਹੋਵੇ, ਤੇ ਇਹੋ ਜਿਹਾ ਕੰਮ ਨਾ ਕਰਨ ਜੋ ਕਰਦੇ ਪਏ, ਕਿਉਂਕਿ ਉਹ ਅਗਿਆਨ ਤੇ ਬ੍ਰਹਮ ਗਿਆਨ ਇਕੱਠਾ ਥੋੜ੍ਹੀ ਚੱਲਦਾ। ਬ੍ਰਹਮ ਗਿਆਨ ਦਾ ਮਤਲਬ ਇਹੋ ਹੀ ਹੈ ਕਿ ਇਹ 5 ਤੱਤ ਆ, 5 ਤੱਤਾਂ ਤੋਂ ਸ੍ਰਿਸ਼ਟੀ ਬਣੀ ਆ, ਧਰਤੀ, ਪਾਣੀ, ਹਵਾ, ਆਕਾਸ਼ ਤੇ ਅਗਨੀ। ਇਹਦੇ ਤੋਂ ਸ੍ਰਿਸ਼ਟੀ ਬਣੀ ਆ, ਇਹਨਾਂ ਦੇ 5 ਔਗਣ ਨੇ। ਆਕਾਸ਼ ਦਾ ਜਿਹੜਾ ਵਾ ਗੁਣ, ਉਹਦਾ ਇੱਕ ਵੱਖਰਾ ਔਗਣ ਹੈ, ਧਰਤੀ ਦਾ ਇੱਕ ਆਪਣਾ ਔਗਣ ਹੈ, ਪਵਨ ਦਾ ਇੱਕ ਆਪਣਾ ਔਗਣ ਹੈ। ਇਹ ਜਿਹੜੇ 5 ਤੱਤ ਹੈਗੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ 5 ਦੇ 5 ਹੀ ਔਗਣ ਹਨ।
ਇਸ ਕਰਕੇ ਬਹੁਤ ਗਹਿਰੇ ਨੇ। ਤੁਸੀਂ ਦੇਖੋਗੇ ਨਾ ਇਹ ਤੁਹਾਡੇ ਬਹੁਤ ਜਿੱਦਾਂ ਗੁੱਤ ਨਹੀਂ ਗੁੰਦੀ ਹੁੰਦੀ ਜਾਂ ਜਿੱਦਾਂ ਲੂਣ ਤੁਸੀਂ ਆਟੇ 'ਚ ਪਾ ਲਓ, ਹੁਣ ਲੱਭੋ ਕਿੱਥੋਂ ਲੱਭੋਗੇ ਇਹਨੂੰ? ਉਹ ਤੇ ਆਟੇ 'ਚ ਮਿਕਸ ਹੋ ਗਿਆ। ਪਾਣੀ 'ਚ ਪਾਤਾ ਲੂਣ, ਪਾਣੀ ਪਾਤਾ ਆਟੇ 'ਚ, ਹੁਣ ਲੱਭੋ ਲੂਣ, ਉਹ ਕਿੱਥੋਂ ਲੱਭਣਾ? ਇਸੇ ਤਰ੍ਹਾਂ ਇਹ 5 ਤੱਤ ਜਿਹੜੇ ਨੇ ਇਹਨਾਂ ਦਾ ਆਟਾ ਗੁੰਨਿਆ ਹੈ ਮਨੁੱਖ ਦਾ ਸਰੀਰ, ਇਹ 5 ਤੱਤਾਂ ਦਾ, ਇਹਦੇ ਅੰਦਰ ਹੀ 5 ਤੱਤ ਆ। ਬ੍ਰਹਮ ਗਿਆਨ ਦਾ ਮਤਲਬ ਹੈ, ਇੱਥੇ ਮਰਨ ਦੀ ਗੱਲ ਕਰਦੇ ਆ, ਮਰਨ ਦਾ ਮਤਲਬ ਮੇਰਾ ਮਰ ਜਾਣਾ। ਮੇਰੇ ਮਰ ਜਾਣ ਦਾ ਮਤਲਬ ਮੇਰੀ ਜਿਹੜੀ ਗਲਤ ਪਹਿਚਾਨ ਆ ਉਹਦਾ ਮਰ ਜਾਣਾ। ਇਹੀ ਤਾਂ ਗੱਲ ਆ। ਆਪਾਂ ਜਿਹੜੇ ਹੈਗੇ ਆ ਆਪਣੇ ਆਪ ਨੂੰ ਗਲਤ ਸਮਝਿਆ ਹੋਇਆ, ਬਸ ਇਹੀ ਤਾਂ ਗੱਲ ਆ। ਔਰ ਉਹ ਕਹਿੰਦੇ ਆਪਾਂ ਸਹੀ ਹੈਗੇ ਬਸ ਆਹੀ ਗੱਲ। ਹਾਂ, ਉਹਨੂੰ ਹੀ ਔਰ ਇਹ 101% ਆਪਾਂ ਗਲਤ ਆ। ਬਿਲਕੁਲ। ਇਹ ਤੁਹਾਨੂੰ ਪ੍ਰੂਫ ਹੋ ਜਾਏਗਾ। ਤੁਸੀਂ ਹੁਣ ਕਾਫੀ ਸੰਗਤ ਕਰ ਚੁੱਕੇ ਜੋ, ਤੁਸੀਂ ਥੋੜਾ ਜਿਹਾ ਹੋਰ ਅੱਗੇ ਆ ਜਾਓ, ਅਜੇ ਥੋੜਾ ਜਿਹਾ, ਕਿਉਂਕਿ ਅਜੇ ਤੁਸੀਂ ਜਾ ਰਹੇ ਜੋ, ਥੋੜਾ ਜਿਹਾ ਅੱਗੇ ਜਾਣਾ ਪੈਣਾ, ਥੋੜਾ ਜਿਹਾ। ਉਹ ਸਮਾਂ ਕਿੰਨਾ ਲਾ ਲਓ? 4-5 ਮਹੀਨੇ ਲਾ ਲਓ, 7 ਮਹੀਨੇ ਲਾ ਲਓ, 8 ਲਾ ਲਓ, ਪਹੁੰਚ ਤੇ ਜਾਣਾ ਹੀ ਜਾਣਾ ਆਪਾਂ। ਇਹ ਕੋਈ ਉਹ ਸਾਡੀ ਟੈਨਸ਼ਨ ਨਹੀਂ ਹੈਗੀ, ਉਹ ਬ੍ਰਹਮ ਦੀ ਟੈਨਸ਼ਨ ਹੈ। ਉਹ ਡਿਮਾਂਡ ਨੇ ਸਪਲਾਈ, ਤੁਸੀਂ ਡਿਮਾਂਡ ਕਰਤੀ ਉੱਥੋਂ ਹੋਣੀ। ਉਹ 'ਚ ਕੋਈ ਉਹ ਸਾਡੀ ਟੈਨਸ਼ਨ ਨਹੀਂ ਹੈ, ਉਹ ਬ੍ਰਹਮ ਦੀ ਟੈਨਸ਼ਨ ਹੈ। ਸਾਡਾ ਕੰਮ ਹੈ ਪੌਦਾ ਲਾਉਣਾ, ਬਸ ਪਾਣੀ ਪਾਉਣਾ, ਮਾੜਾ ਮੋਟਾ ਘਾਹ ਘੂ ਉੱਗਿਆ ਉਹਨੂੰ ਸਾਫ਼ ਕਰਨਾ। ਉਹ ਕਿੱਦਾਂ ਧਰਤੀ ਨੂੰ ਵੱਡਾ ਕਰਦੀ ਹੈ, ਕਿੱਥੋਂ ਨਿਊਟ੍ਰੀਸ਼ਨ ਮਿਲਦਾ ਹੈ, ਕਿੱਥੋਂ ਉਹਨੂੰ ਸ਼ਕਤੀ ਦਿੰਦੀ ਹੈ ਉਹ ਰੁੱਖ ਨੂੰ, ਉਹ ਫਿਰ ਰਾਤ ਬਾਅਦ ਫਲ ਕਿੱਦਾਂ ਲੱਗਣਾ ਹੈ, ਫੁੱਲ ਕਿੱਦਾਂ ਲੱਗਣੇ ਆ, ਉਹ ਸਾਡੀ ਕਿਤੇ ਵੀ ਟੈਨਸ਼ਨ ਨਹੀਂ ਆ। ਮਾਲੀ ਦਾ ਕੰਮ ਹੈ ਪੌਦਾ ਲਾਣਾ, ਪਾਣੀ ਲਾਉਣਾ ਤੇ ਘਾਹ ਘੂ ਪੁੱਟਣਾ, ਬਸ। ਜੇ ਕੋਈ ਜੜੀ ਬੂਟੀ ਹੋਗੀ ਉਹਨੂੰ ਪੁੱਟ ਪਰੇ ਕਰਨਾ, ਬਸ ਇੰਨਾ ਹੀ ਕੰਮ ਆਪਣਾ। ਪਰ ਇਹ ਕੰਮ ਸਾਨੂੰ ਕਰਨੇ ਪੈਣਾ। ਉਸ ਤੋਂ ਬਾਅਦ ਪ੍ਰਕਿਰਤੀ ਦਾ ਕੰਮ ਹੈ, ਪ੍ਰਕਿਰਤੀ ਉਹ ਕੰਮ ਕਰੂਗੀ, ਬਾਕੀ ਉਹਦੀ ਜੋਬ ਹੈ, ਹਮੇਸ਼ਾ ਤੋਂ ਹੀ ਉਹਦੀ ਜੋਬ ਹੈ। ਸਾਡੀ ਇਸ ਤੋਂ ਵੱਧ ਅੱਗੇ ਜੋਬ ਨਹੀਂ ਹੈਗੀ। ਜਦੋਂ ਤੁਹਾਨੂੰ ਬ੍ਰਹਮ ਗਿਆਨ ਹੋ ਗਿਆ ਫਿਰ ਜੀਵਨ ਦੀ ਸੋਝੀ ਮਿਲਣੀ ਹੈ ਤੁਹਾਨੂੰ। ਅਸਲ 'ਚ ਜੀਵਨ ਹੈ ਕੀ ਹੈ? ਜਿਹਨੂੰ ਆਪਾਂ ਜੀਵਨ ਸਮਝਦੇ ਪਏ ਆ ਨਾ, ਉਹ ਜੀਵਨ ਨਹੀਂ ਹੈਗਾ। ਉਹ ਜੀਵਨ ਬਹੁਤ ਮਤਲਬ ਲੋ ਗ੍ਰੇਡ ਦਾ, ਇੱਕ ਜਾਨਵਰ ਲੈਵਲ ਦਾ ਜੀਵਨ ਬੰਦਾ ਬਤੀਤ ਕਰਦਾ। ਕੋਈ ਹੁਣ ਜਾਨਵਰ ਦਾ ਮਤਲਬ ਉਹ ਕੇਵਲ ਇੱਕ ਅਲੱਗ ਹੀ ਕਿਸਮ ਦਾ ਉਹਦੀ ਸੋਚ ਆ। ਉਹ ਦੁਨੀਆ ਨੂੰ ਇੱਕ ਅਲੱਗ ਐਨਕ ਨਾਲ ਦੇਖਦਾ ਹੈ। ਉਹਦੀ ਐਨਕ ਜਿਹੜੀ ਆ ਉਹਨੇ ਖੁਦ ਤਿਆਰ ਕੀਤੀ ਆ। ਪੰਗਾ ਤੇ ਹੈ ਨਿੱਜਰ ਸਾਹਿਬ, ਉਹ ਕੋਈ ਆਮ ਐਨਕ ਨਹੀਂ ਆ, ਉਹਨੇ ਖੁਦ ਹੀ ਤਿਆਰ ਕੀਤੀ ਆ। ਔਰ ਉਹਦੇ ਰਾਹੀਂ ਉਹ ਦੁਨੀਆ ਨੂੰ ਵੇਖਦਾ। ਉਹਦੇ ਵਿੱਚ ਕੋਈ ਉਹਨੂੰ ਚੰਗਾ ਵੀ ਲੱਗਦਾ, ਕੋਈ ਉਹਨੂੰ ਬੁਰਾ ਲੱਗਦਾ, ਕਿਉਂਕਿ ਉਹਨੇ ਖੁਦ ਐਨਕ ਤਿਆਰ ਕੀਤੀ ਹੈ। ਹੁਣ ਵੀ ਜਿਹੜਾ ਜੀਵਨ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਨਾ, ਤੁਸੀਂ ਸ਼ਤਰੰਜ ਦੇ, ਜਿੱਦਾਂ ਸ਼ਤਰੰਜ ਨਹੀਂ ਹੁੰਦੀ, ਸ਼ਤਰੰਜ ਦੇ ਮੋਹਰੇ ਵਾਂਗੂ ਤੁਸੀਂ ਅੱਗੇ ਪਿੱਛੇ ਕਰ ਰਹੇ ਜੋ ਕੰਮ। ਜਿੱਦਾਂ ਦੇ ਤੁਸੀਂ ਕਰਮ ਕਰ ਰਹੇ ਜੋ ਨਾ, ਉਹੋ ਹੀ ਕਰਮ ਹੋ ਰਿਹਾ, ਆਪਣੇ ਆਪ ਕੁਛ ਨਹੀਂ ਹੋ ਰਿਹਾ। ਤੁਸੀਂ ਸ਼ਤਰੰਜ ਦੇ ਮੋਹਰੇ ਨੂੰ 100 ਸਾਲ ਕੀ ਕਰੋੜ ਸਾਲ ਵੀ ਨਹੀਂ ਹੱਥ ਲਾਓਗੇ ਨਾ, ਉੱਥੇ ਪਿਆ ਰਹੂਗਾ। ਨਿੱਜਰ ਸਾਹਿਬ, ਬਿਲਕੁਲ। ਜਿੰਨਾ ਚਿਰ ਤੁਸੀਂ ਖੁਦ ਨਹੀਂ ਗਾਂਹ ਪਛਾਂ ਕਰਦੇ, ਇਹੋ ਹੀ ਜੀਵਨ ਹੈ। ਕਰਮ ਜਿਹੜਾ ਹੈ ਉਹ ਇਨਸਾਨ ਖੁਦ ਕਰਦਾ ਹੈ। ਔਰ ਉਹ ਸਾਨੂੰ, ਅਸੀਂ ਕੋਈ ਬੱਚੇ ਨਹੀਂ ਹੈਗੇ। ਹੁਣ ਮੈਂ ਨਾ ਜੇ ਕਿਸੇ ਨਾਲ ਸਵੇਰੇ ਵਿਚਾਰ ਚੱਲੀ ਸੀ, ਉਹ ਬੜੀ ਜ਼ਬਰਦਸਤ ਗੱਲ ਹੋਈ ਕਿਸੇ ਦੇ ਨਾਲ ਮੇਰੀ। ਏਦਾਂ ਗੱਲ ਕੀ ਚੱਲੀ ਨਿੱਜਾ ਸਾਹਿਬ, ਉਹ ਮਤਲਬ ਵਿਆਹ ਕਰਾਇਆ ਨੇ ਔਰਤ ਨੇ, ਉਹਨੇ, ਤੁਹਾਨੂੰ ਪਤਾ ਇਹ ਦੁਨੀਆ ਤੇ ਵਿਸ਼ਵਾਸ ਤੇ ਆਪਾਂ ਕਰਦੇ ਹੀ ਹਾਂ ਨਾ, ਹਨਾ। ਤੇ ਉਹ ਕੋਈ ਉਹਨਾਂ ਦੀ ਫੈਮਿਲੀ ਸਿਚੁਏਸ਼ਨ ਸੀ ਏਦਾਂ ਹੀ, ਉਹਨਾਂ ਦਾ ਨਾ ਥੋੜਾ ਜਿਹਾ ਪਤੀ ਪਰਮੇਸ਼ਰ ਕਹਿੰਦਾ ਜੀ ਆਪਾਂ ਏਦਾਂ ਕਰੀਏ ਕਿ ਤੇਰੇ ਨਾਂ ਤੇ ਪ੍ਰਾਪਰਟੀ ਲਾਉਣੀ ਆਪਾਂ, ਤੇ ਕਿਉਂ ਨਾ ਆਪਾਂ ਤਲਾਕ ਕਰ ਲਈਏ। ਇੱਥੇ ਏਦਾਂ ਦੀ ਕੋਈ ਹੈ ਸੀ ਸਿਚੁਏਸ਼ਨ। ਨੋਰਮਲੀ ਮਤਲਬ ਅਸੀਂ ਇਕੱਠੇ ਨਹੀਂ ਉਹ ਪ੍ਰਾਪਰਟੀ ਲੈ ਸਕਦੇ, ਉਹ ਲੈ ਏਦਾਂ ਸਕਦੇ ਕਿ ਤੂੰ ਤਲਾਕ ਲੈ ਲਾ। ਉਹਨੇ ਇੰਡੀਆ 'ਚ ਤਲਾਕ ਦੇ ਦਿੱਤਾ। ਬਾਅਦ ਦੇ ਵਿੱਚ ਵੇਖੋ ਏਦਾਂ ਦੇ ਵੀ ਇਨਸਾਨ ਸੋਚ ਰੱਖਦੇ ਨੇ। ਤਲਾਕ ਦੇ ਦਿੱਤਾ ਉਹਨੂੰ, ਵਿਚਾਰੀ ਨੇ, ਉਹਨੇ ਟਰਸਟ ਕੀਤਾ, ਉਹਨੇ ਸਾਈਨ ਵੀ ਕਰਤੇ। ਇਹ ਇੱਕ ਕੁੜੀ ਮੈਨੂੰ ਪਹਿਲਾਂ ਵੀ ਮਿਲੀ ਹੈ, ਇਹ ਕੁੜੀ ਇਸ ਟਾਈਮ ਬਠਿੰਡੇ 'ਚ ਬੈਠੀ ਆ। ਉਹਨੇ ਵੀ ਏਦਾਂ ਹੀ ਵਿਚਾਰੀ ਨੇ ਸਾਈਨ ਕਰਤੇ। ਉਹਨਾਂ ਵਾਅਦਾ ਕੀਤਾ ਕਿ ਇਹ ਮਤਲਬ ਏਦਾਂ ਤੇਰੀ ਸਾਡੀ ਨਿਭਦੀ ਨਹੀਂ ਆ, ਬਾਅਦ 'ਚ ਤੇਰੇ ਬੱਚੇ ਨੂੰ ਸਾਰਾ ਖਰਚਾ ਦੇਵਾਂਗੇ। ਬਾਅਦ 'ਚ 1 ਰੁਪਈਆ ਨਹੀਂ ਦਿੱਤਾ ਉਹਨੂੰ। ਉਹ ਕੁੜੀ ਥੋੜੀ ਪੜ੍ਹੀ ਲਿਖੀ ਸੀ। ਪਰ ਉਹ ਮੈਂ ਕਹਿੰਦਾ ਕਿ ਕਈ ਵਾਰੀ ਸਰਟਨ ਟਾਈਮ ਤੇ ਨਾ ਤੁਸੀਂ ਪਲੀਜ਼, ਮੈਂ ਤੁਹਾਨੂੰ ਇੱਕ ਕੰਮ ਦੀ ਗੱਲ ਦੱਸਾਂਗਾ, ਪਲੀਜ਼ ਇਹਨੂੰ ਇੰਪਲੀਮੈਂਟ ਕਰਿਓ। ਜ਼ਿੰਦਗੀ ਦੇ ਵਿੱਚ ਕੋਈ ਔਖਾ ਕੰਮ ਹੋਵੇ ਨਾ, ਇੱਕਦਮ ਨਾ ਤੇ ਹਾਂ ਕਹਿਣੀ ਹੈ ਤੇ ਨਾ ਕਹਿਣੀ ਹੈ। ਉਹਨਾਂ ਨੂੰ ਇਹ ਕਹਿਣਾ ਹੈ ਮੈਨੂੰ ਸਮਾਂ ਦਿਓ, ਮੈਂ ਸੋਚ ਕੇ ਵਿਚਾਰ ਕਰਕੇ ਤੁਹਾਨੂੰ ਦੱਸਾਂਗਾ ਜਾਂ ਦੱਸਾਂਗੀ।
ਉਹਦਾ ਕਾਰਨ ਹੁੰਦਾ ਹੈ। ਕਿਉਂਕਿ ਜਿਹੜਾ ਆਪਾਂ ਇੱਕਦਮ ਜਵਾਬ ਦੇ ਦਿੰਦੇ ਆ ਨਾ, ਉਹ ਏਡਾ ਮਤਲਬ ਬਹੁਤਾ ਗਹਿਰਾ ਨਹੀਂ ਹੁੰਦਾ। ਉਹ ਬੜੀ ਸਰਲ ਜੀ ਉਤਲੀ ਬੁੱਧੀ ਤੋਂ ਆ ਜਾਂਦਾ ਹੈ, ਅਜੇ ਵਿਵੇਕ ਚੋਂ ਨਹੀਂ ਆਇਆ ਹੁੰਦਾ। ਔਰ ਉਹ ਜਿਹੜਾ ਫੈਸਲਾ ਹੈ ਨਾ, ਮੁੜ ਕੇ ਫਿਰ ਬੰਦਾ ਨਾ ਬੜਾ ਪਛਤਾਉਂਦਾ, ਬਹੁਤ ਪਛਤਾਉਂਦਾ ਹੈ ਬੰਦਾ। ਹੁਣ ਉਸ ਫੈਮਿਲੀ ਦੇ ਵਿੱਚ ਏਦਾਂ ਵੇਖੋ, ਉਸਨੇ ਵਿਚਾਰੀ ਨੇ ਸਾਈਨ ਕਰਤੇ, ਉਹ ਤਲਾਕ ਹੋ ਗਿਆ। ਅੱਜ ਦੀ ਡੇਟ 'ਚ ਜੇ ਉਹ ਬੰਦਾ ਉਹਨੂੰ ਕੱਢਣਾ ਚਾਹਵੇ, ਨਜਾ ਸਾਹਿਬ ਉਹਦੇ ਲਈ 2 ਮਿੰਟ ਦਾ ਕੰਮ ਹੈ। ਸਹੀ ਹੈ, ਬਿਲਕੁਲ। ਕੁਛ ਫਾਈਟ ਥੋੜੀ ਕਰੂਗੀ, ਅਗਲਾ ਕਹੂਗਾ ਲੈ ਵੀ ਲੀਗਲ ਤੌਰ ਤੇ ਆ ਤੂੰ ਸਾਈਨ ਕੀਤੇ। ਪਰ ਜਿਹੜੇ ਕੰਮ ਲਈ ਉਹਨੇ ਤਲਾਕ ਕੀਤਾ ਸੀ ਨਿੱਜਰ ਸਾਹਿਬ, ਉਹ ਕੰਮ ਵੀ ਨਹੀਂ ਕੀਤਾ ਉਹਨੇ। ਦੇਖੋ ਬੰਦਾ ਕਿੱਡਾ ਬੇਈਮਾਨ ਹੈ। ਪਰ ਮੈਂ ਨਹੀਂ ਕਹਿੰਦਾ, ਚਲੋ ਉਹ ਤੇ ਉਹਨਾਂ ਦਾ ਫੈਮਿਲੀ ਮੈਟਰ ਆ, ਪਰ ਮੈਂ ਕਹਿੰਦਾ ਕਿ ਦੇਖੋ ਕਈ ਵਾਰੀ ਆਪਣਾ ਕਾਲੇ ਪੁੰਨ 'ਚ ਆਪਾਂ ਕਈ ਗਲਤੀਆਂ ਕਰਦੇ ਹਾਂ। ਉਹ ਮੁੜ ਕੇ ਫਿਰ ਹੁਣ ਉਹ ਜਨਾਨੀ ਉਹਦੇ ਨਾਲ ਰਹਿਣ ਤੇ ਦਈਏ ਬੰਦੇ ਨਾ, ਪਰ ਉਹ ਇੱਕ ਸਹਿਮ 'ਚ ਬੈਠੀ ਹੈ। ਉਹ ਹੁਣ ਉਹ ਕਿੱਡਾ ਔਖਾ ਫੈਸਲਾ ਹੋ ਗਿਆ। ਵੈਸੇ ਕਥਾ ਦੇ ਨਾਲ ਮੈਂ ਗੱਲ ਕਰਤੀ ਆ, ਪਲੀਜ਼ ਇਹ ਜਸਟ ਇਹਨੂੰ ਇਗਨੋਰ ਹੀ ਕਰਨਾ। ਬਟ ਤੁਹਾਨੂੰ ਮੈਂ ਦੱਸਿਆ ਕਿ ਸੰਸਾਰ ਤੇ ਬਹੁਤ ਕੁਝ ਚੱਲਦਾ। ਆਪਾਂ ਦੁਨੀਆ ਜਿਹੜੀ ਵਿਸ਼ਵਾਸ ਤੇ ਚੱਲਦੀ ਹੈ। ਦੇਖੋ ਤੁਸੀਂ ਸਾਡੇ ਕੋਲ ਬੈਠੇ ਸਾਡੇ ਤੇ ਤੋਂ ਵਿਚਾਰ ਸੁਣਦੇ ਪਏ ਜੋ, ਤੇ ਇਹਦਾ ਮਤਲਬ ਕਿ ਤੁਸੀਂ ਸਾਡੇ ਵਿਚਾਰ ਸੁਣਨਾ ਚਾਹੁੰਦੇ ਜੋ, ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਜੋ ਨਿਜਾ ਸਾਹਿਬ। ਬਿਲਕੁਲ, ਤਾਈਓ ਤੇ ਸਾਡੇ ਵਿਚਾਰ ਗ੍ਰਹਿਣ ਕਰਦੇ ਜੋ ਤੁਸੀਂ। ਤੇ ਇਹਦੇ ਵਿੱਚ ਸਾਡੀ ਬੜੀ ਜ਼ਿੰਮੇਵਾਰੀ ਬਣਦੀ ਆ ਕਿ ਕੋਈ ਅਸੀਂ ਐਸੀ ਚੀਜ਼ ਨਾ ਤੁਹਾਨੂੰ ਦਈਏ ਜਿਹੜੀ ਤੁਹਾਡੇ ਲਈ ਚੰਗੀ ਨਹੀਂ। ਜਿੱਦਾਂ ਕਿ ਡਾਕਟਰ ਕਿਸੇ ਮਰੀਜ਼ ਨੂੰ ਸਹੀ ਦਵਾਈ ਦਿੰਦਾ ਹੈ, ਉਹ ਕਿਤੇ ਵੀ ਨਹੀਂ ਚਾਹੁੰਦਾ ਕਿ ਗਲਤ ਦਵਾਈ ਦੇਵਾਂ, ਉਹ ਚਾਹੁੰਦਾ ਠੀਕ ਹੋਵੇ। ਉਹੀ ਹਿਸਾਬ ਸਾਡਾ ਹੈ। ਇੱਥੇ ਆਪਾਂ ਮਨ ਦਾ ਇਲਾਜ ਕਰਨਾ। ਤੁਹਾਡੇ ਤੋਂ ਸਾਨੂੰ ਵੀ ਗਿਆਨ ਮਿਲਦਾ ਵਾ, ਸਾਡੀਆਂ ਵਿਚਾਰ ਤੋਂ ਤੁਹਾਨੂੰ ਵੀ ਥੋੜੀ ਬਹੁਤੀ ਹੈਲਪ ਮਿਲਦੀ ਹੈ। ਅੱਛਾ, ਇਹ ਜਿਹੜਾ ਬ੍ਰਹਮ ਗਿਆਨ ਹੈ ਇਹ ਬੜਾ ਇੰਪੋਰਟੈਂਟ ਹੈ। ਇਹ ਬ੍ਰਹਮ ਗਿਆਨ ਜਦੋਂ ਤੁਹਾਨੂੰ ਮਿਲਣਾ ਹੈ ਨਾ, ਤੁਹਾਨੂੰ ਆਤਮਾ ਤੱਤ ਨੂੰ ਜਦੋਂ ਤੁਸੀਂ ਅਨੁਭਵ ਕਰੋਗੇ, ਜਦੋਂ ਮੈਂ ਭਾਵ ਤੋਂ ਤੁਸੀਂ ਮੁਕਤ ਹੋਗੇ, ਕਿਉਂਕਿ ਮੈਂ ਨਹੀਂ ਉੱਥੇ ਜਾ ਸਕਦੀ, ਮੈਂ ਤੋਂ ਬਿਨਾਂ ਤੁਹਾਨੂੰ ਜਾਣਾ ਪਊਗਾ। ਸਾਰਾ ਕੁਝ ਪਿੱਛੇ ਰਹਿ ਜਾਣਾ, ਉੱਥੇ ਇਕੱਲੀ ਆਤਮਾ ਹੀ ਰਹਿ ਜਾਣੀ ਹੈ। ਫਿਰ ਉੱਥੇ ਜਾ ਕੇ ਤੁਹਾਨੂੰ ਖੁਦ ਪਤਾ ਲੱਗਣਾ ਇਹ ਸਵਾਲ ਦਾ ਜਵਾਬ ਕਿ ਮੈਂ ਕੌਣ ਆ। ਉਦਾਂ ਨਹੀਂ ਪਤਾ ਲੱਗਦਾ। ਔਰ ਉਸ ਸਵਾਲ ਨੂੰ ਹੱਲ ਕਰਨ ਵਾਸਤੇ ਸਾਨੂੰ ਬਾਰ-ਬਾਰ ਜਨਮ ਦੇ ਵਿੱਚ ਜਾਣਾ ਪੈਂਦਾ ਹੈ, ਕਿਉਂਕਿ ਉਦਾਂ ਕਿਰਿਆ ਨਹੀਂ ਰੁਕੇਗੀ, ਇਹ ਰੁਕ ਨਹੀਂ ਸਕਦੀ। ਇਹ ਐਂਡਲੈਸ ਜਰਨੀ ਆ, ਕਿਉਂਕਿ ਇਹ ਜਿਹੜਾ ਇੱਕ ਐਸਾ ਚੱਕਰ ਆ, ਇੱਕ ਤਾਂ ਆਪਾਂ ਸਿੱਧਾ ਭੱਜਣਾ ਹੋਵੇ ਨਾ, ਤੇ ਅੱਜ ਨਹੀਂ ਤੇ ਕੱਲ ਨੂੰ ਮੈਂ ਮੰਜ਼ਿਲ ਤੇ ਪਹੁੰਚ ਸਕਦਾ। ਇਹ ਸਰਕਲ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਨਿਜਾ ਸਾਹਿਬ। ਬਿਲਕੁਲ ਸਰਕਲ 'ਚ ਘੁੰਮ ਰਹੇ। ਸੂਈ ਦੀ ਘੜੀ ਵੇਖੋ ਘੁੰਮੀ ਜਾਂਦੀ, ਉਹ ਕਿਤੇ ਪਹੁੰਚਣਾ ਉਹਨੇ ਨਾ, ਕਿਤੇ ਨਹੀਂ ਪਹੁੰਚਣਾ ਉਹਨੇ। ਹਾਂ, ਘੁੰਮੀ ਜ਼ਰੂਰ ਜਾਂਦੀ ਹੈ। ਤੇ ਸਾਡੇ ਵਰਗੇ ਕਹਿੰਦੇ ਹੋਣਗੇ ਵੇਖੋ ਕਿੱਡੀ ਫਾਸਟ ਘੁੰਮ ਰਹੀ ਹੈ, ਸ਼ਾਇਦ ਕਿਤੇ ਪਹੁੰਚਣਾ। ਪਹੁੰਚਣਾ ਕਿੱਥੇ ਉਹਨੇ? ਉੱਥੇ ਘੁੰਮੀ ਜਾ ਰਹੀ ਹੈ। ਜਿੱਦਾਂ ਆਪਣਾ ਸੂਰਜ ਵੇਖੋ, ਜਿੱਦਾਂ ਧਰਤੀ ਵੇਖੋ, ਇਹ ਸਾਰਾ ਕੁਝ ਘੁੰਮ ਰਿਹਾ। ਜੇ ਤੁਸੀਂ ਥੋੜਾ ਜਿਹਾ ਵਿਵੇਕ ਤੋਂ ਕੰਮ ਲਓਗੇ, ਸਮੁੰਦਰ ਦਾ ਪਾਣੀ ਉੱਠਿਆ, ਬੱਦਲ ਬਣਿਆ, ਪਹਾੜਾਂ ਤੇ ਡਿੱਗਿਆ, ਮੀਂਹ ਪਿਆ, ਫਿਰ ਪਾਣੀ ਸਮੁੰਦਰ ਚੋਂ ਨਿਕਲਿਆ ਸੀ, ਸਮੁੰਦਰ ਚ ਵਾਪਸ ਚਲ ਗਿਆ। ਜੋ ਵੀ ਕਿਰਿਆ ਨਾ ਉਹ ਘੁੰਮ ਰਹੀ ਉੱਥੇ ਘੁੰਮ ਰਹੀ ਹੈ। ਹੁਣ ਤੁਸੀਂ ਰੁੱਖ ਚ ਬੀਜ ਬੀਜਿਆ, ਮਿੱਟੀ ਚ ਬੀਜ ਬੀਜਤਾ, ਰੁੱਖ ਵੱਡਾ ਹੋ ਗਿਆ। ਚਲੋ ਰੁੱਖ ਦੀ ਤੁਸੀਂ ਅੱਗ ਬਾਲਤੀ, ਸਵਾਹ ਬਣ ਗਈ। ਫਿਰ ਮਿੱਟੀ ਚ ਨਹੀਂ ਬਾਲੀ ਸਵਾਹ, ਉਹ ਟੁੱਟ ਭੱਜ ਜਾਊਗਾ ਕਿੰਨੇ ਸਾਲਾਂ ਬਾਅਦ, 1000 ਸਾਲ, 500 ਸਾਲ, 2000, 4000, 10000 ਸਾਲ। ਇੱਕ ਸਮਾਂ ਆਉਣਾ ਉਹ ਜਿਹੜੀ ਰੁੱਖ ਦੀ ਜੋ ਸ਼ਕਤੀ ਬਾਹਰ ਪ੍ਰਾਪਤ ਹੋਈ ਸੀ, ਫਿਰ ਮਿੱਟੀ 'ਚ ਜਲ ਜਾਣੀ। ਇਹੋ ਹੀ ਆ ਪ੍ਰਕਿਰਤੀ ਘੁੰਮ ਰਹੀ ਆ ਘੜੀ ਦੇ ਵਾਂਗੂ। ਫਿਰ ਉਸ ਧਰਤੀ 'ਚ ਚੀਜ਼ ਬਾਹਰ ਆਉਂਦੀ ਆ, ਫਿਰ ਟੁੱਟ ਭੱਜ ਕੇ ਫਿਰ ਧਰਤੀ 'ਚ। ਇਹੋ ਹੀ ਆ ਧਰਤੀ ਦਾ ਨਿਯਮ। ਜਿੱਦਾਂ ਸੂਰਜ ਵੀ ਕਹਿੰਦੇ ਆ, ਉਹ ਏਦਾਂ ਦੀ એનર્ਜੀ ਆ, ਉਹ ਰੀਸਾਈਕਲ ਕਰ ਰਿਹਾ એનર્ਜੀ ਨੂੰ ਨਿਜਾ ਸਾਹਿਬ। ਉਹ ਏਦਾਂ ਦਾ ਮੈਕੈਨਿਜ਼ਮ ਆ। ਜਿੱਦਾਂ ਧਰਤੀ ਵੇਖੋ, ਧਰਤੀ ਦੇ ਅੰਦਰ ਜਿਹੜਾ ਇੰਜਣ ਹੈ ਉਹ ਬੰਦ ਕਿਉਂ ਨਹੀਂ ਹੋ ਜਾਂਦਾ? ਧਰਤੀ ਘੁੰਮਣੋਂ ਹਟ ਜੇ। ਕਿੱਡੀ ਵੱਡੀ ਧਰਤੀ ਘੁੰਮ ਰਹੀ ਆ, ਔਰ ਵੀ ਕੋਈ ਆਪ ਜਸਟ ਦੇਖੋ, ਕੋਈ ਮਾੜੀ ਮੋਟੀ ਸਪੀਡ ਨਾਲ ਨਹੀਂ ਘੁੰਮਦੀ। ਆਈ ਥਿੰਕ 2400 ਕਿਲੋਮੀਟਰ ਪਰ ਘੰਟੇ ਦੀ ਸਪੀਡ ਨਾਲ ਘੁੰਮ ਰਹੀ ਆ। ਪਤਾ ਨਹੀਂ 1200 ਦੇ ਨਾਲ ਲਾ ਲਓ ਕਿ 24 ਘੰਟਿਆਂ ਚ ਉਹਨੇ ਚੱਕਰ ਲਾਉਣਾ। ਕਿੱਡੀ ਫਾਸਟ ਘੁੰਮ ਰਹੀ ਆ। ਜਦੋਂ ਅਸੀਂ ਜਹਾਜ਼ ਤੇ ਚੜ੍ਹਦੇ ਹਾਂ ਤੇ ਜਹਾਜ਼ ਦੀ ਸਪੀਡ ਲਗਭਗ ਉਹੀ ਆ, 400-500-600 ਕਿਲੋਮੀਟਰ ਪਰ ਘੰਟੇ ਦੀ ਸਪੀਡ ਹੁੰਦੀ ਹੈ। ਤੇ ਆਪ ਹਿਸਾਬ ਲਾ ਲਓ ਕਿ ਇਹ ਜਿਹੜੀ 24 ਘੰਟਿਆਂ ਚ ਘੁੰਮ ਰਹੀ ਹੈ, 1000 ਕਿਲੋਮੀਟਰ ਪਰ ਆਵਰ ਦਾ ਲਾ ਲਓ, ਤੇ 24 ਘੰਟਿਆਂ ਚ 24,000 ਕਿਲੋਮੀਟਰ। ਅੱਛਾ ਸਾਹਿਬ, ਇੰਨਾ ਕੀ ਅੰਦਾਜ਼ਾ ਜੇ ਨਾ?
ਮੈਂ ਇੰਟਰਨੈਟ ਤੋਂ ਦੇਖ ਕੇ ਦੱਸ ਦੂੰਗਾ ਗੁਰਕੀ ਸਾਹਿਬ ਮੈਨੂੰ ਤਾਂ। ਨਹੀਂ ਮੇਰੇ ਹਿਸਾਬ ਨਾਲ ਨਹੀਂ ਹੈ, 24 ਘੰਟੇ 'ਚ ਘੁੰਮਦੀ ਆ। ਹਾਂ ਉਹਦੀ ਜਿੰਨੀ ਸਰਕਮਫਰੈਂਸ ਹੈਗੀ ਆ ਤੇ ਉਹ ਜਿਹੜਾ ਹੈਗਾ 24 ਘੰਟੇ 'ਚ ਘੁੰਮਦੀ ਆ, ਉਹ ਡਿਵਾਈਡ ਕਰਨਾ ਪਊਗਾ। ਹਾਂਜੀ ਹਾਂਜੀ 24,000 ਸਮਥਿੰਗ ਨੋਟੀਕਲ ਮਾਈਲ ਹੈ, ਕਿਲੋਮੀਟਰ ਨਹੀਂ ਹੈਗੇ। ਇਹ 24,000 ਨੋਟੀਕਲ ਮਾਈਲ ਜਿਹੜਾ ਹੈਗਾ ਇਹ ਧਰਤੀ ਦਾ ਰੇਡੀਅਸ ਹੈ। ਸਰ ਆਪਾਂ ਨੂੰ ਸਰਕਲ ਚਾਹੀਦਾ, ਉਹਦੀ ਸਰਕਮਫਰੈਂਸ। ਹਾਂ ਸਰਕਮਫਰੈਂਸ ਹੈ ਉਹਦਾ ਇੰਨਾ ਕਿ ਉਹ 24 ਘੰਟਿਆਂ 'ਚ ਘੁੰਮਦੀ। ਠੀਕ ਹੈ ਜੀ। 1700-1600 ਕਿਲੋਮੀਟਰ ਬਣਦਾ ਇੱਕ 1000 ਨੋਟੀਕਲ ਮਾਈਲ ਦਾ। ਸੋ ਇਹ ਦੇਖੋ ਇਹ ਇੱਕ ਮਤਲਬ ਸਿਸਟਮ ਬਣਿਆ ਔਰ ਲਗਾਤਾਰ ਧਰਤੀ ਘੁੰਮ ਰਹੀ ਆ। ਆਪ ਦਾ ਪੱਖਾ ਜਿਹੜਾ ਨਾ, ਦੇਖੋ ਆਪ ਦਾ ਪੱਖਾ ਕਿੱਦਾਂ ਘੁੰਮ ਰਿਹਾ। ਤੁਸੀਂ ਉਹਨੂੰ ਦੇਖੋ, ਉਹ ਇਲੈਕਟ੍ਰੀਸਿਟੀ ਤੋਂ ਘੁੰਮਦਾ। ਛੋਟਾ ਜਿਹਾ ਪੱਖਾ ਕਿੰਨੀ ਬੱਤੀ ਯੂਜ਼ ਕਰਦਾ ਤੁਹਾਨੂੰ ਪਤਾ ਉਹਦਾ ਲੱਗਦਾ ਜਦੋਂ ਬਿੱਲ ਆਉਂਦਾ ਕਿ ਮੈਂ ਕਿੰਨਾ ਕੰਜਪਸ਼ਨ ਕੀਤਾ। ਆਪ ਜਸਟ ਸੋਚੋ ਇਹ ਜਿਹੜੀ ਧਰਤੀ ਆ, ਇੱਕ ਧਰਤੀ ਦੀ ਮੈਂ ਗੱਲ ਕਰਦਾ, ਇੱਕ ਛੋਟੀ ਜਿਹੀ ਧਰਤੀ ਹੈ। ਕਹਿੰਦੇ ਇੰਨੀ ਛੋਟੀ ਆ ਨਾ, ਇਹ ਬ੍ਰਹਿਮੰਡ ਦੇ ਵਿੱਚ ਇੱਕ ਰੇਤਾ ਦੇ ਕਣ ਤੋਂ ਵੀ ਛੋਟੀ ਹੈ ਤੇ ਸਾਡੇ ਲਈ ਬਹੁਤ ਵੱਡੀ ਹੈ। ਮਾੜਾ ਜਿਹਾ ਇੱਥੇ ਕਿਤੇ ਪੁਲ ਪਲ ਬਣਾਉਣਾ ਹੋਵੇ ਨਾ ਤੇ ਉੱਥੇ ਲੈਂਟਰ ਪਾਈਦਾ ਵਾ, ਤੇ ਉਹ ਥੋੜਾ ਜਿਹਾ ਲੈਂਟਰ ਦੂਰ ਹੋਵੇ ਨਾ 40-50 ਫੁੱਟ 70-80 ਫੁੱਟ ਤੋਂ, ਤੇ ਕਿੰਨਾ ਮਜ਼ਬੂਤ ਉੱਥੇ ਫਰੇਮ ਬਣਾਉਣਾ ਪੈਂਦਾ ਹੈ ਕਿ ਫਿਰ ਉਹ ਲੈਂਟਰ ਜਿਹੜਾ ਵਜਨ ਚੁੱਕਦਾ ਬੱਸਾਂ ਟਰੱਕਾਂ ਦਾ। ਆਪ ਜਸਟ ਸੋਚੋ ਕਿ ਇਹ ਐਡਾ ਵਿਸ਼ਾਲ ਆਬਜੈਕਟ ਮਿੱਟੀ ਦਾ ਪਤਾ ਹੀ ਨਹੀਂ ਕਿੰਨਾ ਕੁ ਵਜਨ, ਨਾ ਕੋਈ ਕਾਊਂਟ ਕਰ ਸਕਦਾ। ਮੇਰੇ ਸਾਹ ਤੁਹਾਡੇ ਕੋਲ ਸਿਫਰਾਂ ਹੀ ਮੁੱਕ ਜਾਣੀਆਂ। ਇਹ ਗੁਰਕੀ ਸਾਹਿਬ ਧਰਤੀ ਜਿਹੜੀ ਹੈ ਨਾ, ਉਹ 1000 ਮਾਈਲ ਪਰ ਆਵਰ ਦੇ ਹਿਸਾਬ ਦੇ ਨਾਲ ਘੁੰਮ ਰਹੀ ਹੈ ਤੇ 40,000 ਕਿਲੋਮੀਟਰ ਉਹਦਾ ਸਰਕਮਫਰੈਂਸ ਹੈਗੀ ਆ। ਲਓ ਕਰੋ ਗੱਲਾਂ। 40,000 ਕਿਲੋਮੀਟਰ ਉਹਨੇ 24 ਘੰਟਿਆਂ 'ਚ ਘੁੰਮ ਜਾਣਾ। ਹਾਂ ਹਾਂਜੀ ਇਹ ਹੋ ਗਿਆ 1670 ਕਿਲੋਮੀਟਰ ਭਾਜੀ, 1670 ਕਿਲੋਮੀਟਰ ਪਰ ਆਵਰ। ਹਾਂ 1670 ਕਿਲੋਮੀਟਰ। ਸੋਚੋ ਤੇ ਜਿਹੜਾ ਤੁਹਾਡਾ ਜਹਾਜ਼ ਆ, ਜਹਾਜ਼ ਮੈਂ ਵੇਖਦਾ ਹੁੰਦਾ ਵਾ ਨੋਰਮਲੀ ਕੁਝ ਸਪੀਡ ਆਉਂਦੀ ਹੁੰਦੀ ਆ ਉਹ ਡਿਸਪਲੇ ਤੇ, 450 700 800 ਵੱਡੇ ਵੱਡੇ ਜਹਾਜ਼ ਜਿਹੜੇ ਨੇ, ਜਿਹੜੇ ਕੈਨੇਡਾ ਕਨੂਡਾ ਤੋਂ ਆਉਂਦੇ, ਉਹ ਥੋੜੇ ਫਾਸਟ ਹੁੰਦੇ ਆ। ਸਾਡੇ ਤੇ ਚਲੋ ਮੈਂ ਇਹ ਕਹਿਣਾ ਕਿ 700 ਡਬਲ ਜਹਾਜ਼ ਦੀ ਸਪੀਡ ਦੇ ਨਾਲ ਧਰਤੀ ਘੁੰਮ ਰਹੀ। ਔਰ ਇਹਦੇ ਵਿੱਚ ਘੁੰਮਣ ਦੇ ਲਈ ਉਹਦਾ ਇੰਜਨ ਫਿੱਟ ਕੀਤਾ ਵਾ। ਉਹ ਇੰਜਨ ਐਡਾ ਪਾਵਰਫੁਲ ਆ, ਉਹਨੂੰ ਨਾ ਤੇ ਤੁਸੀਂ ਤੇਲ ਪਾਉਂਦੇ ਜੋ ਤੇ ਨਾ ਨੇਜਰ ਸਾਹਿਬ ਪਾ ਕੇ ਆਉਂਦਾ ਤੇ ਨਾ ਮੈਂ ਪਾਉਂਦੇ ਆ। ਉਹ ਇੰਜਨ ਅਸਕਰ ਇੰਜਨ ਹੈ ਧਰਤੀ ਦੇ ਅੰਦਰ। ਵੈਸੇ ਬ੍ਰਹਮ ਦਾ ਹੁਣ ਤੁਹਾਨੂੰ ਕਿੱਦਾਂ ਪਤਾ ਲੱਗੇ ਬ੍ਰਹਮ ਕਿੱਥੇ ਹੈ? ਇਹ ਗੱਲਾਂ ਕਰਾਂਗੇ ਤੇ ਤਾਂ ਹੀ ਤੇ ਪਤਾ ਲੱਗੂ ਇਹ ਧਰਤੀ। ਆਪਾਂ ਤੇ ਐਵੇਂ ਸੁੱਤੇ ਆਏ, ਹਾਂਜੀ ਉਹ ਠੀਕ ਹੈ ਜੀ, ਖਾ ਪੀ ਲਿਆ, ਮੱਝਾਂ ਨੂੰ ਪੱਠੇ ਪਾਤੇ ਜੀ, ਮੁੰਡਾ ਬਾਹਰ ਚੱਲ ਗਿਆ ਕਨੇਡਾ, ਜੋ ਪੈਸੇ ਭੇਜ ਦੂ ਅਸੀਂ ਉੱਥੇ ਜਾਂਦੇ ਹਾਂ, ਬੱਚਾ ਵਿਆਹ ਲਿਆ, ਕੁੜੀਆਂ ਬੱਚੇ ਜੰਮਤੇ, ਬਸ ਕਹਾਣੀ ਖਤਮ ਹੋ ਗਈ, ਨੌਕਰੀ ਮਿਲ ਗਈ, ਬਹੁਤ ਵੱਡੀ ਗੱਲ ਹੈ। ਆਪਣਾ ਫਰਜ਼ ਬਣਦਾ ਹੈ ਕਿ ਇਹ ਧਰਤੀ ਧੁਰਤੀ ਕੀ ਹੈ, ਇਹ ਕਿੱਥੋਂ ਆ ਗਈ ਹੈ, ਇਹਨੂੰ ਕੌਣ ਘੁਮਾਉਂਦੇ ਆ? ਆਲੇ ਕਣਕਾਂ, ਚੌਲ, ਆ ਦਾਲਾਂ, ਆ ਅੰਗੂਰ, ਆ ਖਰਬੂਜੇ, ਇੰਨੇ ਕਿਸਮ ਦੇ ਫੁੱਲ, ਇਹ ਕੌਣ ਸੈਟਿੰਗ ਕਰਕੇ ਬੈਠਾ ਹੈ? ਇਹ ਸਵਾਲ ਸਾਡੇ ਨੇ, ਪਰ ਸਾਡੇ ਤੇ ਮਾਰ ਹੀ ਦਿੰਦੇ ਨੇ ਸਵਾਲ। ਉਹ ਕਹਿੰਦੇ ਜੀ ਆ ਜੀ ਇਹ ਬਟਰਫਲਾਈ ਹੈਗੀ ਆ, ਖਤਮ ਕਹਾਣੀ। ਬਟਰਫਲਾਈ ਕੀਤਿਆਂ ਗੱਲ ਖਤਮ ਹੋ ਗਈ। ਇਹ ਜੀ ਕੀ ਹੈ ਜੀ? ਇਹ ਸੇਬ ਹੈ ਜੀ, ਮਿੱਟੀ ਪਾਓ। ਤੁਸੀਂ ਕੀ ਲੈਣਾ? ਇਹ ਸੇਬ ਹੈਗਾ। ਇਹ ਕੀ ਜੀ? ਖਰਬੂਜਾ, ਛੱਡੋ ਖੜਾ। ਇਹ ਵਾਟਰਮੈਲਨ ਹੈਗਾ, ਛੱਡੋ, ਜ਼ਿਆਦਾ ਇੰਟਰਸਟ ਲੈਣ ਦੀ ਲੋੜ ਨਹੀਂ। ਫਿਰ ਆ ਕੀ ਜੀ? ਇਹ ਗ੍ਰੇਪਸ ਹੈਗੇ, ਛੱਡੋ। ਆਪਾਂ ਨਹੀਂ ਸੋਚਦੇ ਕਿ ਇਹ ਕਾਟਨ ਕਿਉਂ ਆਈ ਆ, ਇੱਥੇ ਕਿਉਂ ਕਾਟਨ ਬਣਾਈ ਆ, ਕਪਾਹ, ਇਹਦੀ ਕੀ ਲੋੜ ਪੈ ਗਈ ਸੀ? ਪਰ ਉਹਨੂੰ ਪਤਾ ਕਿ ਬੰਦੇ ਦੀ ਜ਼ਰੂਰਤ ਹੈ। ਨੇਜਰ ਸਾਹਿਬ ਬਿਲਕੁਲ ਜ਼ਰੂਰਤ ਹੈ। ਆਪ ਜਸਟ ਸੋਚੋ, ਇਹਦਾ ਮਤਲਬ ਕ੍ਰੀਏਟਰ ਨੂੰ ਪਤਾ ਹੈ ਇਹਨੂੰ ਕਿਹੜੀ ਚੀਜ਼ ਚਾਹੀਦੀ ਹੈ। ਉਹਨੇ ਉਹ ਇੱਕ ਚੀਜ਼ ਬਣਾਈ। ਕਿਤੇ ਤੁਸੀਂ ਨੋਟਿਸ ਨਹੀਂ ਕੀਤਾ ਕਿ ਤੁਹਾਡਾ ਕੰਮ ਕੋਈ ਰੁਕਿਆ, ਕੋਈ ਏਦਾਂ ਦੀ ਚੀਜ਼ ਕਹੋ ਕਿ ਮੇਰੇ ਕੋਲ ਚੀਜ਼ ਹੈਗੀ ਨਹੀਂ ਆ, ਉਹ ਅਵੇਲੇਬਲ ਨਹੀਂ ਹੈਗੀ ਤੇ ਕੰਮ ਰੁਕਿਆ ਪਿਆ। ਏਦਾਂ ਦੀ ਚੀਜ਼ ਨਹੀਂ ਹੈਗੀ। ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨਾ, ਅੱਜ ਦੀਆਂ ਨਹੀਂ ਮੈਂ ਗੱਲਾਂ ਕਰਦਾ, ਅਸੀਂ ਮਰ ਜਾਣਾ, ਇੱਕ ਸਮਾਂ ਆਉਣਾ ਉਸ ਤੋਂ ਅੱਗੋਂ ਵੀ ਕਰੋੜਾਂ ਸਾਲ ਦੇ ਲਈ ਜੋ ਐਡਵਾਂਸ ਟੈਕਨੋਲੋਜੀ, ਜੋ ਚੀਜ਼ਾਂ ਚਾਹੀਦੀਆਂ ਨੇ, ਉਹ ਇਹਦੇ ਧਰਤੀ ਦੇ ਅੰਦਰ ਪਈਆਂ ਨੇ। ਬਿਲਕੁਲ। ਔਰ ਦੇਖ ਲਓ ਗੋਰਕੀ ਸਾਹਿਬ, ਜਿਹੜੇ ਜਾਨਵਰ ਹੈਗੇ ਉਹਨਾਂ ਨੂੰ ਕੱਪੜੇ ਦੀ ਲੋੜ ਹੀ ਨਹੀਂ ਆ। ਹਸਕੀ ਜਾਤ ਦਾ ਕੁੱਤਾ ਹੁੰਦਾ, ਇਹ ਬਰਫ਼ ਦੇ ਉੱਤੇ ਜਾ ਕੇ ਸੌਂ ਜਾਂਦਾ ਆਰਾਮ ਨਾਲ। ਹਾਂ ਵੇਖ ਲਓ, ਕਰ ਲਓ ਗੱਲ।
ਤੇ ਆਪ ਜਸਟ ਦੇਖੋ ਕਿ ਉਹਨਾਂ ਕੋ ਆ ਚਿੜੀਆਂ ਕੋ ਘੁੱਗੀਆਂ ਕੋ ਇਹਨਾਂ ਸਾਰਿਆਂ ਕੋ ਜੁਗਾੜ ਹੈਗਾ। ਟਟੋਲੀਆਂ ਦੀ ਲੱਤਾਂ ਵੇਖੋ ਜਾ ਕੇ, ਕਿੰਨੀਆਂ ਕਿੰਨੀਆਂ ਲੰਮੀਆਂ ਲੱਤਾਂ ਨੇ। ਉਹਨਾਂ ਦਾ ਪਰਪਸ ਹੀ ਵੱਖਰਾ। ਉਹ ਟਟੋਲੀਆਂ ਦੀ ਜਿਹੜੀ ਉਹ ਲਾਈਫ ਹੈਗੀ ਆ, ਉਹ ਕੱਦੂ ਦੇ ਵਿੱਚ ਜਾਣਾ, ਉੱਥੇ ਪਾਣੀ 'ਚ ਜਾਣਾ। ਉਹਨਾਂ ਦੀਆਂ ਨਜਰ ਸਾਹਿਬ ਉਹਨਾਂ ਦੀ ਲੱਤਾਂ ਵੇਖੋ ਉੱਚੀਆਂ ਦਿੱਤੀਆਂ ਨੇ। 1.5 ਫੁੱਟ ਦੀ ਲੱਤ ਹੁੰਦੀ, ਉਹ ਪਾਣੀ ਪੂਣੀ 'ਚ ਵੜ ਸਕਦੀ। ਉਹ ਤਾਂ ਹਲ ਨਹੀਂ ਪਾਉਣ ਦਿੰਦੀ। ਉਹ ਟਟਾਰੀ ਬੈਠੀ ਹੁੰਦੀ ਆਂਡਿਆਂ ਦੇ ਉੱਤੇ, ਕਹਿੰਦੀ ਪਰਲੇ ਪਾਸੇ ਦੀ ਲੈ ਜਾ, ਜਾਂ ਮੈਨੂੰ ਤੂੰ ਮਾਰ ਕੇ ਲੈ ਜਾ। ਦੇਖੋ ਜਾਨਵਰ 'ਚ ਕਿੰਨਾ ਮੋਹ ਹੈਗਾ। ਜੋ ਨਹੀਂ ਛੱਡਦਾ ਜਾਨਵਰ ਵੀ। ਸੋ ਇਹਦਾ ਮਤਲਬ ਆਪਾਂ ਜਸਟ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਕਿ ਬਹੁਤ ਹੀ ਜ਼ਿਆਦਾ ਜ਼ਬਰਦਸਤ ਬੁੱਧੀ ਦਾ ਇਸਤੇਮਾਲ ਕੀਤਾ। ਐਡੀ ਜ਼ਬਰਦਸਤ ਪਰਮਾਤਮਾ ਦੀ ਬੁੱਧੀ ਆ, ਤੁਸੀਂ ਇਹ 'ਚ ਗਲਤੀ ਨਹੀਂ ਲੱਭ ਸਕਦੇ। ਆਪਾਂ ਕੋਈ ਵੀ ਚੀਜ਼ ਬਣਾਉਂਦੇ ਆ ਨਾ, ਸਾਨੂੰ ਅਪਗ੍ਰੇਡ ਕਰਨੀ ਪੈਂਦੀ ਹੈ। ਤੁਸੀਂ ਵੇਖਣੇ ਤੁਹਾਡੇ ਮੋਬਾਇਲ ਤੇ 5-6 ਦਿਨਾਂ ਬਾਅਦ ਨਵਾਂ ਹੀ ਅਪਡੇਟ ਆ ਜਾਂਦੀ ਹੈ, ਅਪਡੇਟ ਦਾ ਸੌਫਟਵੇਅਰ। ਪਰ ਉਹਦੀ ਸੌਫਟਵੇਅਰ ਬੜੀ ਐਡਵਾਂਸ ਆ, ਉੱਥੇ ਬਣਾ ਦਿੰਦਾ ਇੱਕੋ ਵਾਰੀ। ਸਾਨੂੰ ਅਪਡੇਟ ਹੋਣ ਦੀ ਲੋੜ ਆ, ਉਹਦੇ ਸੌਫਟਵੇਅਰ ਦੇ ਵਿੱਚ ਅਪਡੇਟ ਕਰਨ ਦੀ ਲੋੜ ਹੀ ਕੋਈ ਨਹੀਂ, ਇੱਕ ਵਾਰੀ ਕਰ ਦਿੰਦਾ। ਹੁਣ ਜਿਹੜਾ ਚਿੜੀ 'ਚ ਸੌਫਟਵੇਅਰ ਚੱਲਦਾ ਉਹ ਉਹੀ ਚੱਲਦਾ ਰਹਿਣਾ। ਜਿਹੜਾ ਬੰਦੇ ਦਾ ਸੌਫਟਵੇਅਰ ਬਣਾਤਾ ਇਹੋ ਹੀ ਸੌਫਟਵੇਅਰ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕੀਤੀਆਂ, ਠੀਕ ਹੈ। ਆਪਾਂ ਫਿਰ ਕਬੀਰ ਸਾਹਿਬ ਜੀ ਦੀ ਗੱਲ ਕਰਦੇ ਹਾਂ। ਕਬੀਰ ਸੋਈ ਮਾਰੀਏ ਜੈ ਮੋਏ ਸੁਖ ਹੋਏ। ਕਹਿੰਦੇ ਉਹਨੂੰ ਮਾਰ ਦੋ, ਜਿਹਨੂੰ ਮਾਰਨ ਦੇ ਨਾਲ ਤੂੰ ਸੁਖੀ ਹੋ ਜਾਏਗਾ। ਤੇਰਾ ਮਨ ਨੇ ਮਰਨਾ ਹੈ, ਇਹਨੇ ਮਨ ਨੇ ਮਰਨਾ ਹੈ। ਨਹੀਂ ਮਰੂਗਾ ਤੇ ਤੂੰ ਸੁਖੀ ਨਹੀਂ ਹੋ ਸਕਦਾ, ਕਿਉਂਕਿ ਮਨ ਨੇ ਤੈਨੂੰ ਲਈ ਫਿਰਨਾ ਔਰ ਤੈਨੂੰ ਉੱਥੇ ਲੈ ਜਾਣਾ ਹੈ ਜਿੱਥੇ ਤੈਨੂੰ ਨਹੀਂ ਜਾਣਾ ਚਾਹੀਦਾ। ਉੱਥੇ ਤੂੰ ਦੁੱਖ ਭੋਗੇਂਗਾ। ਔਰ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਦੁੱਖ ਪਤਾ ਕੀ ਹੈ? ਜਨਮ ਲੈ ਲੈਣਾ। ਜਿਹੜਾ ਸਾਡਾ ਜਨਮ ਹੋ ਗਿਆ ਨਾ, ਸਮਝ ਲਓ ਦੁੱਖ ਸ਼ੁਰੂ ਹੋ ਗਏ। ਇਹ ਕੋਈ ਮਤਲਬ ਏਦਾਂ ਦਾ ਪ੍ਰੋਸੈਸ ਆ। ਇੱਕ ਏਦਾਂ ਮਤਲਬ ਸੂਈ ਦੀ ਘੜੀ ਸੂਈ ਘੁੰਮਣ ਵਾਂਗੂ, ਘੜੀ ਦੀ ਸੂਈ ਵਾਂਗੂ। ਇਹਦਾ ਕੋਈ ਅੰਤ ਨਹੀਂ ਹੈਗਾ। ਇਸੇ ਤਰ੍ਹਾਂ ਹੀ ਅਸੀਂ ਫਿਰ ਪਾਪ ਕਰਦੇ ਹਾਂ, ਫਿਰ ਉਹਨਾਂ ਨੂੰ ਕਰਮਾਂ ਨੂੰ ਇਕੱਠੇ ਕਰ ਲੈਂਦੇ ਹਾਂ, ਫਿਰ ਭੋਗੀ ਜਾਂਦੇ ਹਾਂ, ਫਿਰ ਖਤਮ ਹੋ ਜਾਂਦੇ ਆ, ਫਿਰ ਮਨੁੱਖ ਬਣ ਜਾਂਦੇ ਆ, ਫਿਰ ਏਦਾਂ ਦਾ ਕੋਈ ਮਾੜਾ ਕੰਮ ਕਰਦੇ ਹਾਂ, ਫਿਰ ਇਕੱਠੇ ਕਰ ਲੈਂਦੇ ਹਾਂ। ਔਰ ਇਹਦੇ ਲਈ ਕੋਈ ਸਾਨੂੰ ਮਜਬੂਰ ਨਹੀਂ ਕਰਦਾ, ਆਪਣੇ ਆਪ ਹੀ ਕਰਦੇ। ਠੀਕ ਹੈ ਨਜਰ ਸਾਹਿਬ, ਅਗਲੀ ਤੋਕ ਆ ਜਾਈਏ। ਹਾਂ, ਕਹਿੰਦੇ ਜੇ ਤੂੰ ਹਉਮੈ ਨੂੰ ਆਪਣਾ ਵਰਕਆਊਟ ਕਰੇਗਾ, ਆਪਣੀ ਹਉਮੈ ਨੂੰ ਮਾਰੇਗਾ, ਦੇਖ ਮਾਲਕ ਦੇ ਵੀ ਨੇੜੇ ਹੋ ਜਾਏਗਾ, ਗੇਮ ਚੋਂ ਵੀ ਬਾਹਰ ਆ ਜਾਏਗਾ, ਦੁਨੀਆ ਦੇ ਵਿੱਚ ਵੀ ਲੋਕੀ ਵੀ ਭਲੋ ਕਹਿਣਗੇ, ਬੁਰਾ ਨਹੀਂ ਕੋਈ ਮੰਨੂਗਾ। ਹਾਂਜੀ ਵੀਰ ਜੀ। ਹਾਂਜੀ, ਇਹ ਵੀ ਠੀਕ ਹੈ ਜੀ। ਕਹਿੰਦੇ ਕਿ ਜੇ ਤੂੰ ਹਉਮੈ ਨੂੰ ਮਾਰ ਦੇਗਾ ਤੇ ਫਿਰ ਤੂੰ ਸ਼ਾਂਤ ਹੋ ਜਾਏਗਾ। ਹੁਣ ਘਰੇ ਤੂੰ ਡਿਕਟੇਟਰ ਬਣਿਆ, ਹਿਟਲਰ ਬਣ ਜਾਂਦਾ। ਕਿ ਮੈਂ ਨਾ ਕਰਦਾ ਤੇ ਆਹ ਨਹੀਂ ਹੁੰਦਾ, ਮੈਂ ਨਹੀਂ ਕਰਦਾ ਤੇ ਆਹ ਨਹੀਂ ਹੁੰਦਾ, ਵੀ ਤੁਸੀਂ ਭੁੱਖੇ ਮਰਨਾ ਸੀ, ਇਹਨੂੰ ਮੈਂ ਵਿਆਹ ਲੈ ਆਵਾਂ। ਉਹ ਜਨਾਨੀ ਵੀ ਕਹਿੰਦੀ ਕਿ ਤੇਰਾ ਵਿਆਹ ਨਹੀਂ ਹੁੰਦਾ, ਤੇਰਾ ਮੈਂ ਸ਼ੁਕਰ ਕਰ ਮੈਂ ਤੇਰੇ ਘਰ ਆਈ ਹਾਂ। ਇਹ ਸਭ ਹਉਮੈ ਆ। ਬੱਚੇ ਵੀ ਕਹਿੰਦੇ ਆ। ਸੋ ਇਹ ਹਉਮੈ, ਜਦੋਂ ਆਪਾਂ ਹਉਮੈ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਆ ਨਾ, ਉਹ ਬੜਾ ਵਧੀਆ ਜੀਵਨ ਨਹੀਂ ਹੁੰਦਾ। ਤੇ ਜਦੋਂ ਆਪਾਂ ਹਉਮੈ ਤੋਂ ਥੋੜਾ ਪਿੱਛੇ ਹੋ ਜਾਂਦੇ ਆ, ਆਪਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ, ਆਪਣੇ ਜਿਹੜੇ ਲਾਗੇ ਰਹਿੰਦੇ ਉਹਨਾਂ ਨੂੰ ਬਣਦਾ ਮਾਣ ਸਨਮਾਨ ਦਿੰਦੇ ਆ, ਫਿਰ ਕੀ ਕਹਿੰਦੇ ਆ, ਸਾਨੂੰ ਲੋਕ ਚੰਗਾ ਸਮਝਦੇ ਆ ਤੇ ਸਾਡੇ ਲਾਗੇ ਲੋਕੀ ਬਹਿੰਦੇ ਨੇ। ਤੇ ਜੇ ਮਤਲਬ ਅਸੀਂ ਹਉਮੈ ਦੇ ਨਾਲ ਜੀਵਨ ਬਤੀਤ ਕਰਾਂਗੇ ਤੇ ਫਿਰ ਬਾਣੀ 'ਚ ਵੀ ਕਹਿੰਦੇ ਤਾਂ ਕਿ ਮੂੰਹ ਆਵੇ ਦੁਰਗੰਧ। ਦੁਰਗੰਧ ਆਉਂਦੀ, ਉਹਨਾਂ ਲਾਗੇ ਲੋਕੀ ਬਹਿੰਦੇ ਨਹੀਂ। ਕਿਉਂਕਿ ਗੱਲ ਕਰੂਗਾ ਤੇ ਗੱਲ 'ਚ ਹੀ ਇਹੋ ਜਿਹੀਆਂ ਸੜੀਆਂ ਗੱਲਾਂ ਕਰਨੀਆਂ, ਅਗਲੇ ਨੂੰ ਅੱਗ ਲਾਏ ਤੋਂ ਬਿਨਾਂ ਹੀ ਸਾੜ ਦੇਣਾ। ਕਈ ਕਰਦੇ ਏਦਾਂ, ਬਿਲਕੁਲ ਐਸੀ ਘਟੀਆ ਗੱਲ ਕਰ ਦੇਣੀ ਆ, ਅਗਲੇ ਦੀ ਸਰੀਰ ਆਤਮਾ ਦੀਆਂ ਤਾਰਾਂ ਕਰ ਦਿੰਦੇ ਨੇ ਲੋਕੀ। ਬੜੀ ਗੰਦੀ ਗੱਲ ਕਰਦੇ ਕਈ ਲੋਕ। ਔਰ ਸਾਡੇ ਰਿਸ਼ਤੇਦਾਰਾਂ 'ਚ ਹੈਗੇ, ਪਤਾ ਹੀ ਨਹੀਂ ਕਾਹਦੀ ਹਉਮੈ, ਪੱਲੇ ਵੀ ਕੁਛ ਨਹੀਂ, ਫੂੰ। ਤੇ ਉਹ ਚੀਜ਼ ਚੰਗੀ ਨਹੀਂ ਹੈਗੀ। ਠੀਕ ਹੈ ਜੀ, ਅੱਗੇ ਚੱਲੀਏ। ਅੱਗੇ ਕਹਿੰਦੇ ਕਿ ਭਾਈ ਦੇਖ, ਦੁਨੀਆ ਦੇ ਵਿੱਚ ਤਰ੍ਹਾਂ ਦੇ ਲੋਕੀ ਹੈਗੇ ਆ, ਤਰ੍ਹਾਂ ਦੇ ਜਿਹੜੇ ਹੈਗੇ ਆ। ਤੂੰ ਆਪਣੇ ਆਪ ਨੂੰ ਸੁਧਾਰਨਾ ਆ, ਦੂਜੇ ਨੂੰ ਨਹੀਂ ਸੁਧਾਰਨਾ। ਤੂੰ ਮਾਲਕ ਜਿਹੜਾ ਹੈਗਾ ਕਿਤੇ ਛੁੱਟੀ ਤੇ ਨਹੀਂ ਗਿਆ, ਤੈਨੂੰ ਚਾਰਜ ਦੇ ਕੇ ਨਹੀਂ ਗਿਆ ਮਾਲਕ ਪਰਮਾਤਮਾ। ਤੇਰੀ ਜ਼ਿੰਮੇਵਾਰੀ ਤੇਰੀ ਆਪਣੇ ਤੱਕ ਸੀਮਿਤ ਹੈਗੀ ਆ। ਤੂੰ ਆਪਣੇ ਆਪ ਨੂੰ ਸੁਧਾਰ ਲਏਗਾ ਤੇ ਤੈਨੂੰ ਦੇਖ ਕੇ ਦੁਨੀਆ ਸੁਧਰ ਜਾਊਗੀ। ਕਬੀਰ ਰਾਤੀ ਹੋਵੇਂ ਕਾਰੀਆਂ, ਕਾਰੇ ਉਭੇ ਜੰਤ।
ਦੇਖ ਲਓ, ਰਾਤ ਕਾਲੀ ਹੁੰਦੀ ਆ ਜਿਹੜੀ ਹੈ, ਚੰਦਰਮਾ ਨਹੀਂ ਹੁੰਦਾ, ਅੰਧੇਰੀ ਰਾਤ। ਤੇ ਜਿਹੜੇ ਚੋਰ ਹੁੰਦੇ ਆ, ਲੁੱਟ ਮਾਰ ਕਰਨੀ ਹੁੰਦੀ ਜਿਨ੍ਹਾਂ ਨੇ, ਉਹ ਜਿਹੜੇ ਜਾਗ ਜਾਂਦੇ ਉਹ ਖੜੇ ਹੋ ਜਾਂਦੇ ਆ, ਅਟੈਂਸ਼ਨ ਹੋ ਜਾਂਦੇ ਆ, ਕਾਰੇ ਉਭੇ ਜੰਤ ਉਭੇ ਹੋ ਜਾਂਦੇ ਆ। ਕਬੀਰ ਰਾਤੀ ਹੋਵੇਂ ਕਾਰੀਆਂ, ਕਾਰੇ ਉਭੇ ਜੰਤ, ਲੈ ਫਾਹੇ ਉੱਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਫਾਹੇ ਲੈ ਕੇ ਦੁਨੀਆ ਨੂੰ ਲੁੱਟਣ ਦੇ ਵਾਸਤੇ, ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਕੋਈ ਤਕਲੀਫ ਦੇਣ ਵਾਸਤੇ ਜਿਹੜੇ ਹੈਗੇ ਆ, ਉੱਠ ਕੇ ਤੁਰ ਪੈਂਦੇ ਆ ਭਾਈ, ਆਪਣੇ ਆਪਣੇ ਹਥਿਆਰ ਚੁੱਕ ਚੁੱਕ ਕੇ। ਕਹਿੰਦੇ ਮਾਲਕ ਕਹਿੰਦੇ, ਕਬੀਰ ਜੀ ਕਹਿੰਦੇ ਸੇ ਜਾਨ ਮਾਰੇ ਭਗਵੰਤ। ਇਹ ਯਾਦ ਰੱਖ ਲਾ ਬਈ, ਉਹ ਪਹਿਲਾਂ ਹੀ ਮਰੇ ਹੋਏ ਆ, ਮਾਲਕ ਨੇ ਮਾਰ ਦਿੱਤਾ ਉਹਨਾਂ ਨੂੰ। ਉਹ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਮੁਰਦੇ ਵਾਂਗੂ ਜੀਵਨ ਗੁਜ਼ਾਰ ਕੇ ਜਾਣਗੇ ਔਰ ਜੂਨਾਂ 'ਚ ਪੈ ਕੇ ਜਾਣਗੇ। ਤੈਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਸੁਧਾਰਨ ਦੀ ਲੋੜ ਨਹੀਂ ਆ। ਤੂੰ ਆਪਣੇ ਆਪ ਨੂੰ ਦੇਖ ਲਾ, ਆਪਣੇ ਆਪ ਨੂੰ ਬਚਾ ਲਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਆ ਤੁਕ ਦੇ ਵਿੱਚ ਫੇਰ ਸਮਝਾ ਰਹੇ ਨੇ ਸਾਨੂੰ, ਕਹਿੰਦੇ ਕਬੀਰ ਰਾਤੀ ਹੋਵੇ ਕਾਰੀਆਂ, ਕਰੇ ਉਬੇ ਜੰਤ। ਤੇ ਹੁਣ ਚੋਰ ਜਿਹੜਾ ਬੰਦਾ ਵੇਖੋ ਰਾਤੀ ਚੋਰੀ ਕਰਦਾ, ਇਹ ਚਲੋ ਉਹ ਤੇ ਚੋਰ ਹੈਗਾ, ਉਹ ਤੇ ਕਰਦਾ ਹੀ ਕਰਦਾ। ਤੇ ਜੇ ਕੋਈ ਦਿਨੇ ਵੀ ਏਦਾਂ ਦੇ ਮਾੜੇ ਕੰਮ ਕਰਦਾ ਤੇ ਉਹ ਵੀ ਚੋਰ ਆ। ਕੱਲਾ ਉਹ ਚੋਰ ਨਹੀਂ ਜਿਹੜਾ ਮਤਲਬ ਕਿ ਇਹਦੇ ਬੋਝੋਂ ਪਰਸ ਕੱਢਦਾ। ਜੇ ਆਪਾਂ ਕਿਸੇ ਦਾ ਧਨ ਚੋਰੀ ਕਰ ਰਹੇ ਹਾਂ, ਉਹ ਤੋਂ ਵੱਧ ਪੈਸੇ ਲੈ ਰਹੇ ਹਾਂ, ਜਾਂ ਕਿਸੇ ਦੀ ਚੀਜ਼ ਨੂੰ ਗਲਤ ਤਰੀਕੇ ਨਾਲ ਆਪਾਂ ਖੋਹ ਲੈਂਦੇ ਹਾਂ, ਠੱਗੀ ਕਰਦੇ ਆ, ਭਾਵੇਂ ਗਲਤ ਤਰੀਕੇ ਨਾਲ ਕਹਿ ਲਓ ਜਾਂ ਠੱਗੀ ਮਾਰ ਕੇ ਜਿਹੜਾ ਪਿਆਰ ਨਾਲ ਵੀ ਖੋਹ ਲਈਏ ਤਾਂ ਵੀ ਜਿਹੜਾ ਗਲਤ ਆ। ਹਾਂ, ਕਿਸੇ ਦਾ ਬਣਦਾ ਹੱਕ ਨਹੀਂ ਤੁਸੀਂ ਦੇਂਦੇ, ਤੁਸੀਂ ਚੋਰ ਜੋ। ਸਿੱਧੀ ਗੱਲ, ਕਿਸੇ ਦਾ ਬਣਦਾ ਮਾਣ ਸਨਮਾਨ ਉਹਦੀ ਉਹ ਨਹੀਂ ਦੇ ਰਹੇ, ਤੁਸੀਂ ਚੋਰ ਜੋ। ਮੈਂ ਵੀ ਨਹੀਂ ਕਰ ਰਿਹਾ ਤੇ ਮੈਂ ਵੀ ਚੋਰ ਹਾਂ। ਠੀਕ ਹੈ, ਇਸ ਨੂੰ ਆਪਾਂ ਸਮਝੀਏ। ਫਿਰ ਅਗਲੇ ਬੰਨੇ ਕਹਿੰਦੇ ਨੇ, ਲੈ ਫਾਹੇ ਉੱਠ ਧਾਵਤੇ, ਸੇ ਜਾਨ ਮਾਰੇ ਭਗਵੰਤ। ਕਹਿੰਦੇ ਫਾਹੇ ਲੈ ਕੇ ਦੂਜਿਆਂ ਨੂੰ ਜਿਹੜਾ ਠੱਗਣ ਵਾਸਤੇ, ਲੁੱਟਣ ਵਾਸਤੇ ਜਿਹੜੇ ਹੈਗੇ ਅਟੈਂਸ਼ਨ ਹੁੰਦੇ ਆ। ਤੇ ਭਾਈ ਉਹ ਸੋਚ ਲਾ ਵੀ ਮਾਲਕ ਪਰਮਾਤਮਾ ਵੱਲੋਂ ਉਹ ਦੁਨੀਆ ਤੇ ਮਨੁੱਖ ਜੂਨ ਪਾਈ ਹੋਈ ਆ, ਉਹਦੇ ਵੱਲੋਂ ਜਿਹੜੇ ਹੈਗੇ ਉਹ ਤਾਂ ਮਰੇ ਹੋਏ ਆ ਭਾਈ। ਜੇ ਜੀ ਪਾਈ, ਜੇ ਜੀ ਨਹੀਂ ਪਾਈ, ਇੱਕ ਬਰੋਬਰ ਹੈਗੀ। ਹਾਂਜੀ ਵੀਰ। ਹੁਣ ਸਾਧ ਸੰਗਤ ਜੀ ਦੇਖੋ, ਤੁਹਾਡੇ ਕੋਲ ਕਿਸ਼ਤੀ ਹੋਵੇ, ਠੀਕ ਹੈ, ਹੁਣ ਮੇਰੇ ਵਰਗਾ ਬੈਠਾ ਕਹੀ ਜਾਵੇ ਜੀ ਉਹਦੀ ਕਿਸ਼ਤੀ ਜਿਹੜੀ ਉਹ ਡੁੱਬਦੀ ਨਹੀਂ ਪਈ, ਬੜਾ ਬੰਦਾ ਪਾਪ ਕਰਨ ਦਿਆ, ਪਰ ਉਹਦੀ ਕਿਸ਼ਤੀ ਦੀ ਕਪੈਸਿਟੀ ਆ। ਬਿਲਕੁਲ ਕਪੈਸਿਟੀ ਹੈਗੀ। ਉਹ ਚ ਕੀਤਾ 100 ਕਿਲੋ 150 200 ਕਿਲੋ ਉਹਨੇ ਨਹੀਂ ਚੁੱਕ ਲੈਣਾ। ਹੁਣ ਤੁਹਾਨੂੰ ਕੀ ਪਤਾ, ਕਈ ਜਹਾਜ਼ ਹੁੰਦੇ ਨੇ, ਉਹਨਾਂ ਨੂੰ ਡੁੱਬਣ ਦੇ ਲਈ ਜ਼ਿਆਦਾ ਉਹ ਚ ਲੋਡ ਪਾਉਣਾ ਪਊਗਾ। ਪਰ ਇੱਕ ਗੱਲ ਹੈਗੀ ਆ, ਇੱਕ ਸਮਾਂ ਆਊਗਾ ਜਦੋਂ ਪਾਈ ਜਾਊਗਾ ਉਹ ਜਹਾਜ਼ ਜਿਹੜਾ ਡੁੱਬ ਜਾਣਾ। ਡੁੱਬਣਾ ਜ਼ਰੂਰ ਹੈ। ਤੇ ਇਸੇ ਕਰਕੇ ਵੇਖੋ, ਬਾਣੀ ਦੇ ਵਿੱਚ ਹਮੇਸ਼ਾ ਹੀ ਜਿਹੜੇ ਜ਼ਾਲਮ ਲੋਕ ਸੀ, ਸੰਤਾਂ ਨੇ ਉਹਨਾਂ ਤੇ ਤਰਸ ਹੀ ਕੀਤਾ ਸੀ। ਉਹ ਕਹਿੰਦੇ ਵਿਚਾਰੇ ਭਟਕ ਗਏ ਨੇ, ਆਪਣੇ ਮਾਰਗ ਤੋਂ ਭਟਕ ਗਏ ਨੇ। ਇਸੇ ਲਈ ਦੇਖੋ ਕੌਡੇ ਰਾਸ਼ਕ ਨੂੰ ਨਿਜਾ ਸਾਹਿਬ, ਬਿਲਕੁਲ ਸਹੀ ਗੱਲ। ਸੋ ਹਾਂ, ਉਹਨਾਂ ਤੇ ਤਰਸ ਆਇਆ ਉਹਨਾਂ ਨੂੰ, ਔਰ ਉਹ ਬੰਦੇ ਤੇ ਵਾਪਸ ਆ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਆਪਣੀ ਗਰੀਬੀ ਨਜ਼ਰ ਆਈ। ਪਰ ਸਧਾਰਨ ਬੰਦਾ ਕਿੱਥੇ ਵਾਪਸ ਆਉਂਦਾ, ਉਹ ਮੰਨਦਾ ਹੀ ਨਹੀਂ। ਔਰ ਇੱਕ ਚੀਜ਼ ਹੋ ਰਿਹਾ ਗੋਰਖੀ ਸਾਹਿਬ, ਇੱਕ ਚੀਜ਼ ਹੋ ਰਿਹਾ ਵੀ ਕਬੀਰ ਜੀ ਨੇ ਜਿਹੜਾ ਹੈਗਾ ਇੱਕਦਮ ਸਡਨਲੀ ਜਿਹੜਾ ਹੈਗਾ ਇਹ ਜਿਹੜਾ ਹੈਗੇ ਚੋਰਾਂ ਦੀ ਗੱਲ ਜਿਹੜੀ ਹੈਗੀ ਆ, ਇਹ ਨੈਗੇਟਿਵ ਪਰਸਨ ਨੇ ਇਹਨਾਂ ਦੀ ਗੱਲ ਕਿਉਂ ਕੀਤੀ ਆਪਾਂ ਨੂੰ। ਕਹਿੰਦੇ ਤੂੰ ਭਗਤੀ ਕਰਨੀ ਆ ਭਾਈ, ਤੂੰ ਪਿਆਰਿਆ ਭਗਤੀ ਦੇ ਰਾਹ ਤੇ ਚੱਲਣਾ ਹੈਗਾ। ਤੈਨੂੰ ਰਸਤੇ ਦੇ ਵਿੱਚ ਜਿਹੜੇ ਹੈਗੇ ਮਾੜੇ ਬੰਦੇ ਵੀ ਮਿਲਣਗੇ। ਮਾੜੀ ਸੋਬਤ ਨਾ ਕਰੀ ਕਿਤੇ, ਚੋਰਾਂ ਦੀ, ਠੱਗਾਂ ਦੀ। ਇਹਨਾਂ ਨੂੰ ਦੇਖ ਕੇ ਤੇ ਤੇਰੇ ਉੱਤੇ ਵੀ ਰੰਗ ਚੜ ਜਾਏ ਗਿਰਗਿਟ ਵਾਂਗੂ। ਤੇ ਭਾਈ ਤੂੰ ਚੰਗੇ ਸਾਧੂਆਂ ਦੀ, ਸੰਤਾਂ ਦੀ ਜਿਹੜੀ ਉਹਨਾਂ ਦੀ ਸੋਬਤ ਕਰੀ, ਉਹਨਾਂ ਦੀ ਸੰਗਤ ਦੇ ਵਿੱਚ ਜਾਈ। ਹਾਂਜੀ ਵੀਰ ਜੀ। ਹਾਂਜੀ, ਕਹਿਣ ਤੋਂ ਭਾਵ ਹੈ ਕਿ ਤੁਸੀਂ ਦਫ਼ਤਰ 'ਚ ਲੱਗੇ ਜੋ ਇੱਕ ਬੰਦਾ ਰਿਸ਼ਵਤ ਲੈਣ ਦਿਆ ਤੇ ਤੁਸੀਂ ਨਾਲ ਲਓ। ਬਿਲਕੁਲ ਠੀਕ ਹੈ, ਇਹਦਾ ਮਤਲਬ ਇੰਨਾ ਹੀ ਹੈ। ਇਹ ਨਾ ਹੋਵੇ ਕਿ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਲੇ। ਪਰ ਲੋਕੀ ਕਹਿੰਦੇ ਜਦ ਤੱਕ ਉੱਥੋਂ ਦੀ ਕਮਾਈ ਆਉਂਦੀ ਨਹੀਂ ਮੈਨੂੰ ਚੈਨ ਨਹੀਂ ਆਉਂਦਾ। ਪਰ ਉਹ ਕਮਾਈ ਚੰਗੀ ਨਹੀਂ ਹੈ। ਬਿਲਕੁਲ, ਕਿਉਂਕਿ ਤੇਰਾ ਹੱਕ ਨਹੀਂ ਉੱਤੇ ਬਣਦਾ, ਕਿਉਂਕਿ ਤੂੰ ਮਿਹਨਤ ਨਹੀਂ ਕੀਤੀ। ਇੱਥੋਂ ਤੱਕ ਸਾਧ ਸੰਗਤ ਜੀ, ਜਿਹੜਾ ਬੰਦਾ ਉੱਥੇ ਜਾ ਕੇ ਸਕੂਲੇ ਸਵੈਟਰ ਬਣਾਉਂਦਾ, ਬੱਚਿਆਂ ਨੂੰ ਨਹੀਂ ਪੜ੍ਹਾ ਰਿਹਾ, ਉਹ ਵੀ ਗੁਨਾਹਗਾਰ ਜੇ।
ਬਿਲਕੁਲ ਗੁਨਾਹਗਾਰ ਹੈ ਜੀ, ਗੁਨਾਹਗਾਰ ਹੈ। ਹਾਂ, ਤੁਸੀਂ ਦਫ਼ਤਰ ਗਏ, ਉੱਥੇ ਦਫ਼ਤਰੇ ਕੰਮ ਕੁਮ ਨਹੀਂ ਕੀਤਾ, ਉਹਦਾ ਦਿਹਾੜੀ ਪਾਏ, ਤੁਸੀਂ ਗੁਨਾਹਗਾਰ ਜੋ। ਤੁਹਾਡੀ ਆਤਮਾ ਨੂੰ ਪਤਾ ਹੈ ਤੁਸੀਂ ਬੇਈਮਾਨ। ਹਾਂ, ਉਹ ਇਕੱਠੇ ਹੋ ਕੇ ਚਾਹ ਪਾਣੀ ਮੰਗਾ ਲਓ ਜੀ, ਪਕੌੜੇ ਮੰਗਾ ਲਓ, ਅਜਾ ਕਰ ਲਓ, ਉਹ ਕਰ ਲਓ, ਬਸ। ਹੁਣ ਇੱਕ ਮੇਰਾ ਵੀਰ ਆ, ਉਹ ਮੁੰਡਾ ਨੀ ਬਠਿੰਡੇ ਵਾਲਾ। ਹਾਂਜੀ ਹਾਂਜੀ। ਤੇ ਉਹ ਕਹਿੰਦਾ ਮੈਨੂੰ, ਕਹਿੰਦਾ ਵੀਰ ਜੀ ਨਾ, ਇੱਕ ਜਨਾਨੀ ਆ ਤੇ ਉਹ ਨਿਜਤ ਦਵਿੰਦਰ ਹੀ ਆ, ਕਹਿੰਦਾ ਕਿ ਉਹ ਨਾ ਉੱਥੇ ਕੋਈ ਲੱਗੀ ਆ ਸੇਵਾਦਾਰ ਨੇ ਸਰਕਾਰੀ ਸਕੂਲੇ, ਤੇ ਉੱਥੇ ਨਿੱਜਰ ਸਾਹਿਬ ਤੁਹਾਨੂੰ ਪਤਾ ਨਾ, ਉਹ ਮੀਲ ਆਉਂਦਾ ਜਿਹੜਾ। ਹਾਂਜੀ ਹਾਂਜੀ ਹਾਂਜੀ, ਆਉਂਦਾ। ਤੇ ਉਹ ਕਹਿੰਦਾ ਸੀ ਕਿ ਮੈਨੂੰ ਵੀ ਮੇਰੇ ਘਰੇ ਵੀ ਕਹਿੰਦੀ ਹੁੰਦੀ ਖੰਡ ਲੈ ਲਓ ਸਾਡੇ ਤੋਂ, ਤੇ ਮੈਂ ਵੀ ਕਿਹਾ ਕਿ ਨਾ, ਅਸੀਂ ਇਹ ਨੀ ਖੰਡ ਲੈ ਸਕਦੇ, ਤੇ ਬੱਚਿਆਂ ਦੀ ਖੰਡ। ਤੇ ਹੁਣ ਉਹ ਜਨਾਨੀ ਨੂੰ ਕੈਂਸਰ ਹੋ ਗਈ। ਹਾਂ, ਤੇ ਉਹਨੇ ਅੰਨ ਖੋਇਆ ਲੋਕਾਂ ਦਾ, ਪਰ ਪ੍ਰਕਿਰਤੀ ਮਾਫ ਨਹੀਂ ਕਰਦੀ। ਪਰ ਬਹੁਤ ਹੱਦ ਤੱਕ ਲੋਕਾਂ ਨੂੰ ਇੱਥੇ ਭੋਗਣਾ ਪੈਂਦਾ ਹੈ। ਉਹ ਇਸ ਕਰਕੇ ਆਪਾਂ ਵੀ ਇੱਕ ਸਾਫ਼ ਸੁਥਰਾ ਜੀਵਨ ਬਤੀਤ ਕਰਨਾ। ਮੈਂ ਤੇ ਉਹ ਥੋੜਾ ਘੱਟ ਖਾ ਲੋਗੇ ਨਾ, ਕੋਈ ਗੱਲ ਨਹੀਂ, ਭੁੱਖੇ ਰਹਿਣਾ ਕੋਈ ਨੁਕਸਾਨ ਨਹੀਂ ਹੈਗਾ, ਤੁਸੀਂ ਤੰਦਰੁਸਤ ਹੋ ਜਾਣਾ। ਸਗੋਂ ਅਮਰੀਕਾ 'ਚ ਵੇਖੋ, ਲੋਕੀ ਧੁੱਸੀ ਜਾਂਦੇ, ਪਤਾ ਨਹੀਂ ਕਿੰਨੇ % ਲੋਕ ਜਿਹੜੇ ਜ਼ਿਆਦਾ ਖਾਣ ਕਰਕੇ ਬਿਮਾਰ ਨੇ ਉੱਥੇ। ਬਿਲਕੁਲ 90% ਲੋਕੀ ਬਿਮਾਰ ਖਾਣ, ਬਿਮਾਰੀਆਂ ਹੁੰਦੀਆਂ ਹੀ ਓਵਰ ਈਟਿੰਗ ਦੇ ਨਾਲ ਆ। ਲੈਕ ਆਫ ਐਕਸਰਸਾਈਜ਼, ਨੋ ਕੰਟਰੋਲ ਔਨ ਦੀ ਪਲੇਟ। ਦੋ ਹੀ ਤਾਂ ਰੀਜ਼ਨ ਹੈ ਬਿਮਾਰੀ ਦੇ, ਹੋਰ ਤੀਜਾ ਰੀਜ਼ਨ ਤਾਂ ਹੈ ਹੀ ਨਹੀਂ। ਹਾਂ, ਤੇ ਇਹਨਾਂ ਕਹਿੰਦੇ ਤੁਸੀਂ ਦੇ ਉਹਨਾਂ ਦਾ, ਕਹਿੰਦੇ ਇਹ ਜਿਹੜੇ ਮੋਟੇ, ਕਿਉਂਕਿ ਲੋੜ ਤੋਂ ਜ਼ਿਆਦਾ ਰਾਸ਼ਨ ਹੈ, ਪੈਸਾ ਵੀ ਹੈਗਾ ਵਾ, ਬਸ ਰਾਸ਼ਨ ਖਾਈ ਜਾਓ, ਔਰ ਪਿਓਰ ਹੈਗਾ ਵੀ ਕਹਿੰਦੀਆਂ ਕੋਈ ਲੋਨ ਲੈ ਲਓ। ਹਾਂ, ਡਾਕਟਰ ਸਾਹਿਬ, ਕੁਝ ਸਟੇਟਸ ਹੈਗੀਆਂ ਮਿਡ ਵੈਸਟ 'ਚ ਅਮਰੀਕਾ 'ਚ, ਉਹਨਾਂ ਨੂੰ ਕਹਿੰਦੇ ਆ ਬਫੇ ਸਟੇਟਸ। ਹਾਂ, ਆਲ ਯੂ ਕੈਨ ਈਟ ਬਫੇ। ਬਸ ਉਹ ਜਮੇ ਖਾਣ ਲਈ ਹੈ। ਬਿਲਕੁਲ। ਉਹ ਕਹਿੰਦਾ ਕਿ ਕਿਤੇ ਬੰਦਾ ਜੀਉਣ ਲਈ ਖਾਂਦਾ, ਤੇ ਕਈ ਬੰਦੇ ਧਰਤੀ ਤੇ ਤਾਂ ਹੈਗੇ, ਉਹਨਾਂ ਦਾ ਉਹ ਜਿਉਂਦੇ ਹੀ ਇਸ ਲਈ ਖਾਣ ਵਾਸਤੇ। ਬਿਲਕੁਲ। ਸੋ ਕਹਿਣ ਤੋਂ ਭਾਵ ਕਿ ਆਪਾਂ ਘੱਟ ਵੀ ਖਾ ਲਾਂਗੇ ਨਾ, ਤੁਸੀਂ ਤੰਦਰੁਸਤ ਹੋ ਜਾਓ। ਆਪਾਂ ਜਿੰਨਾ ਜ਼ਿਆਦਾ ਖਾਂਦੇ ਆਪਾਂ ਬਿਮਾਰੀਆਂ ਵੀ ਤਾਂ ਹੀ ਵਧਦੀਆਂ। ਹੁਣ ਮੈਂ ਆਪ ਜਸਟ ਦੇਖੋ ਸਾਧ ਸੰਗਤ ਜੀ, ਅੱਜ ਤੋਂ 35-40 ਸਾਲ ਪਹਿਲਾਂ ਨਾ, 43 ਸਾਲ ਮੇਰੀ ਉਮਰ ਹੈ, ਮੈਨੂੰ ਚੰਗੀ ਤਰ੍ਹਾਂ ਪਤਾ ਜਦੋਂ ਇੰਦਰਾ ਗਾਂਧੀ ਮਰੀ, ਪਿੰਡ ਦੇ ਵਿੱਚ ਇੱਕ ਨਿੱਕਾ ਜੀ ਡਿਸਪੈਂਸਰੀ ਹੀ, ਉਹ ਵੀ ਠੀਕ ਠਾਕ ਜੀ, ਉੱਥੇ ਕੋਈ ਦਵਾਈ ਦੂਈ ਹੁੰਦੀ ਨਹੀਂ। ਇੱਕ ਬੜੀ ਦੂਰ ਜਾ ਕੇ ਮੇਰੀ ਪੈਰਾਂ ਤੇ ਪੱਟੀ ਹੁੰਦੀ ਸੀ, ਬੜੀ ਦੂਰ। ਬੁਖਾਰ ਚੜ ਜਾਣਾ ਤੇ ਡਾਕਟਰ ਦਾ ਨਾਂ ਸੁਣ ਕੇ ਹੀ ਬੁਖਾਰ ਉਤਰ ਜਾਣਾ ਕਿ ਦੂਰ ਬਹੁਤ ਜਾਣਾ ਪੈਣਾ। ਅੱਜ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ, ਲੋਕ ਦਵਾਈਆਂ ਏਦਾਂ ਖਾਂਦੇ ਨੇ ਜਿੱਦਾਂ ਆਪਾਂ ਆਟਾ ਚੌਲ ਖਾਂਦੇ ਹਾਂ। ਤੁਹਾਡੀ ਗਲੀ ਦੇ ਵਿੱਚ ਇੱਕ ਮੈਡੀਕਲ ਸਟੋਰ ਆ, ਆਪ ਜਸਟ ਦੇਖੋ ਕਿੰਨੀ ਬਿਮਾਰੀ ਕਿੱਥੋਂ ਆ ਗਈ ਹੈ। ਇਹ ਸਭ ਬਿਮਾਰੀ ਆਈ ਹੈ, ਸਾਡਾ ਜਿਹੜਾ ਜੀਵਨ ਹੈ ਉਹ ਮਤਲਬ ਉਹਦੇ ਵਿੱਚ ਅਸੀਂ ਕੁਛ ਤੇ ਗੜਬੜ ਕਰ ਰਹੇ ਹਾਂ, ਕੁਛ ਤੇ ਹੈ ਜਿਹੜਾ ਨਹੀਂ ਕਰਨਾ। ਜੀ ਗੁਰਬਾਣੀ ਕਹਿੰਦੀ ਇਹਦੇ ਬਾਰੇ, ਬਹੁਤਾ ਖਾਣਾ ਖੁਸ਼ੀ ਖਵਾਰ, ਚਿਤ ਖਾਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ। ਹੁਣ ਅੱਜ ਪਤਾ ਨਹੀਂ ਕਥਾ ਕਿੱਧਰ ਦੀ ਕਿੱਧਰ ਚੱਲ ਗਈ ਆ। ਮੈਂ ਗੱਲ ਕਰਦਾ, ਮਤਲਬ ਕਹਿਣ ਤੋਂ ਭਾਵ ਹੈ ਕਿ ਕਈ ਲੋਕ ਜਿਹੜੇ ਆ ਰਾਸ਼ਨ ਖਾ ਖਾ ਕੇ ਬਿਮਾਰ ਹੋ ਗਏ ਨਾ। ਇੱਕ ਬੰਦੇ ਦਾ ਏਡਾ ਵੱਡਾ ਢਿੱਡ ਆ, ਆਪ ਜਸਟ ਹਿਸਾਬ ਲਾ ਲਓ, ਉਹ ਕੋਈ ਤੰਦਰੁਸਤ ਥੋੜੀ ਵਿਚਾਰਾ ਹੈਗਾ, ਉਹ ਤੇ ਬਿਮਾਰ ਆ। ਕਿਉਂਕਿ ਉਹਦੀ ਢਿੱਡ ਨੂੰ ਤੇ ਰੈਸਟ ਕਰਨੀ ਚਾਹੀਦੀ ਆ। ਉਹ ਜਿਹੜੀਆਂ ਆਂਤੜੀਆਂ ਨੇ ਉਹ ਖਾਣਾ ਜਾਊਗਾ, ਕੁਝ ਘੰਟੇ ਕੰਮ ਕਰਨਗੀਆਂ, ਮੁੜ ਕੇ ਉਹਨਾਂ ਨੂੰ ਰੈਸਟ ਚਾਹੀਦੀ ਆ। ਹੁਣ ਐਡਾ ਵੱਡਾ ਢਿੱਡ ਆ ਤੇ ਉਹਨੂੰ ਗਰਮ ਕਰਨ ਦੇ ਲਈ ਪਤਾ ਨੀ ਕਿੰਨੀ એનર્ਜੀ ਲੱਗ ਜਾਂਦੀ ਨਹੀਂ, ਇੰਜਨ ਰੈਸਟ ਨਹੀਂ ਮਿਲ ਰਹੀ। ਹੁਣ ਆਪਣੇ ਇਹ ਪੁਰਾਣੇ ਜ਼ਮਾਨੇ 'ਚ ਵੇਖੋ, ਜ਼ਿਆਦਾ ਲੋਕੀ ਅੰਨ ਨਹੀਂ ਪਸੂਰਦੇ ਸੀ, ਲੋਕ ਖਾਂਦੇ ਸੀ ਫਿਰ ਰੈਸਟ ਕਰਦੇ ਸੀ, ਗੈਪ ਪਾਉਂਦੇ ਸੀ। ਹੁਣ ਆਪਾਂ ਵੇਖੋ ਲੋਕੀ ਹੁਣ ਫੂਡ ਜ਼ਿਆਦਾ ਵਾ, ਲੋੜ ਤੋਂ ਜ਼ਿਆਦਾ ਨਾ ਚੁੰਝ ਚਲਾਈ ਜਾਂਦੇ, ਲੋਕੀ ਚਲਾਈ ਜਾਂਦੇ ਆ। ਉਹਦੀ ਅੰਦਰ ਮਸ਼ੀਨ ਆ, ਹੌਲੀ ਹੌਲੀ ਕਰਕੇ ਨਾ ਜਿਹੜੀ ਤੁਹਾਡੀ ਅੰਦਰ ਅਗਨ ਹੈ ਨਾ, ਉਹ ਠੰਡੀ ਪੈ ਜਾਂਦੀ ਆ, ਉਹਨੂੰ ਰੈਸਟ ਨਹੀਂ ਮਿਲ ਰਹੀ। ਕਿਉਂਕਿ ਸਾਡੀ ਮਤਲਬ ਕਹਿਣ ਤੋਂ ਭਾਵ ਹੈ ਕਿ ਆਪਣੇ ਘਰ ਇੱਕ ਕੰਮ ਵਾਲੀ ਆਈ ਹੈ, ਆਪਾਂ ਕਿਤੇ ਪਲੇਟਾਂ ਗੰਦੀਆਂ ਕਰੀ ਜਾਈਏ, ਕਿਤੇ ਫਰਸ਼ ਗੰਦਾ ਕਰ ਦਈਏ, ਕਿਤੇ ਬੈੱਡ ਗੰਦਾ ਕਰ ਦਈਏ, ਉਹ ਵਿਚਾਰੀ ਸਾਰਾ ਦਿਨ ਕੰਮ ਕਰੂਗੀ ਤੇ ਉਹ ਰੈਸਟ ਕਿਦੋਂ ਕਰੂਗੀ? ਇੱਕ ਸਮਾਂ ਆਊਗਾ ਉਹਨੇ ਬਿਮਾਰ ਹੋ ਜਾਣਾ। ਉਹ ਹਿਸਾਬ ਸਾਡਾ ਸਰੀਰ ਆ। ਸਾਡੇ ਸਰੀਰ ਦੇ ਅੰਦਰ ਜਿਹੜੀਆਂ ਨਾੜਾਂ ਨਾ, ਉਹਨਾਂ ਨੂੰ ਮੇਨਟੇਨੈਂਸ ਕਰਨ ਵਾਸਤੇ ਟਾਈਮ ਚਾਹੀਦਾ ਹੈ।
ਤੇ ਆਪਾਂ ਤੇ ਉਹਨਾਂ ਨੂੰ ਸ਼ਾਂਤ ਬਹਿਣ ਨਹੀਂ ਦਿੰਦੇ। ਇਸ ਲਈ ਜਿਹੜੇ ਬਜ਼ੁਰਗ ਸੀ 2 ਹੀ ਟਾਈਮ ਖਾਣਾ ਖਾਂਦੇ ਸੀ। ਅੱਜ ਆਪਾਂ 3-3 4-4 ਕੀ ਲੋਕੀ 5-5 ਟਾਈਮ ਖਾਣਾ ਖਾਈ ਜਾਂਦੇ ਆ। ਹੁਣੇ ਖਾਣਾ ਖਾਧਾ ਵਾ, ਫਿਰ ਕੋਈ ਸਵਾਦ ਚੀਜ਼ ਆ ਗਈ, ਫਿਰ ਲਿਆਓ ਜੀ ਤੇ ਪਲੇਟ ਖਾਈਏ। ਉਹ ਖਾ ਲਿਆ, ਘੰਟੇ 1.5 ਘੰਟੇ ਬਾਅਦ ਕੋਈ ਪ੍ਰਾਹੁਣਾ ਆ ਗਿਆ, ਨਾਲ ਫਿਰ 10-12 ਬਿਸਕੁਟ ਖਾ ਲਏ। ਸੋ ਨਿੱਜਰ ਸਾਹਿਬ ਇਹ ਸਾਡਾ ਜੀਵਨ ਗਲਤ ਆ, ਬਿਲਕੁਲ ਗਲਤ ਆ। ਹਾਂ, ਤੇ ਉਸ ਕਰਕੇ ਫਿਰ ਉਹਦਾ ਰਿਜ਼ਲਟ ਇਹੋ ਹੀ ਆ ਕਿ ਗਲੀਆਂ ਦੇ ਬਾਹਰ ਮੈਡੀਕਲ ਸਟੋਰ ਆ, ਇਹਨੂੰ ਸ਼ੂਗਰ ਦੀ ਦਵਾਈ, ਕਿਸੇ ਨੂੰ ਬਲੱਡ ਪ੍ਰੈਸ਼ਰ ਦੀ। ਉਹ ਟੀਵੀ ਤੇ ਵੀ ਮਸ਼ਹੂਰੀ ਏਦਾਂ ਦੀ ਦਿੰਦੇ। ਹੁਣ ਮੈਂ ਬਾਹਰ ਦੇ ਤੁਹਾਡੇ ਅਮਰੀਕਾ ਮੁਰਕਾ ਦੀਆਂ ਮੈਂ ਕਈ ਵੇਖੀਆਂ ਐਡਾ ਗੋਰੇ ਨਾ ਵਿਚਾਰੇ ਲਈ ਫਿਰਦੇ ਆ ਸਪਲੀਮੈਂਟ ਫੂਡ। ਮੈਂ ਕਿਉਂ ਖਾਂਦੇ ਜੋ? ਕਹਿੰਦੇ ਭਾਜੀ ਇਹ ਚ ਸਾਰੇ ਇਹ ਵੇਖੋ ਇੰਨੇ ਸੇਬਾਂ ਦੀ ਸ਼ਕਤੀ ਹੈ, ਇਹ ਚ ਇੰਨੇ ਬਨਾਨਾ। ਤੇ ਮੈਂ ਬਨਾਨਾ ਬਾਜ਼ਾਰੋਂ ਕੋਈ ਨਹੀਂ ਖਿਲਾ ਲੈਂਦਾ ਜਾ ਕੇ ਤੂੰ। ਇਹਦੇ ਚ ਕਿਉਂ ਤੈਨੂੰ? ਕਿਉਂਕਿ ਉਹਨਾਂ ਚ ਵਹਿਮ ਪਾਤਾ ਕਿ ਤੁਹਾਡਾ ਸਰੀਰ ਬੁੱਢਾ ਹੋ ਗਿਆ, ਹੁਣ ਇਹ ਚੋਂ ਬਨਾਨਾ ਚੋਂ ਸ਼ਕਤੀ ਨਹੀਂ ਕੱਢ ਸਕਦਾ। ਇਹ ਗੋਲੀ ਚ ਥੋੜਾ ਜਿਹਾ ਸਿੰਪਲ ਕੀਤਾ ਹੈ, ਤੁਸੀਂ ਇਹਨੂੰ ਖਾਓਗੇ ਤੇ ਤੁਸੀਂ ਠੀਕ ਹੋ ਜਾਓਗੇ। ਸੋ ਏਦਾਂ ਦੀ ਸਾਡੀ ਨਾ ਸੋਚ ਬਣਾਤੀ ਹੈ ਲੋਕਾਂ ਨੇ। ਇਹ ਲੋਕ ਸਾਡੇ ਦਿਮਾਗ ਨੂੰ ਬ੍ਰੇਨ ਵਾਸ਼ ਕਰ ਦਿੰਦੇ ਨੇ। ਅੱਜ ਤੋਂ ਕੁਝ ਸਮੇਂ ਪਹਿਲਾਂ ਤੁਸੀਂ ਹੁਣ ਮੇਰੀ ਇੱਕ ਗੱਲ 'ਚ ਆਪ ਵਿਚਾਰ ਕਰੋ, ਇਹ ਮੀਡੀਆ ਕਿੱਡਾ ਖਤਰਨਾਕ ਹੁੰਦਾ ਹੈ। ਕੁਝ ਸਮਾਂ ਪਹਿਲਾਂ ਕਹਿੰਦੇ ਸੀ ਕਿ ਚਾਈਨਾ ਦਾ ਵਾਇਰਸ ਹੈ, ਹੁਣ ਕੋਈ ਨਾਂ ਲੈਂਦਾ ਉਹਦਾ? ਚਾਈਨਾ ਦਾ ਵਾਇਰਸ ਹੈ, ਹੁਣ ਕੋਵਿਡ ਹੀ ਕਹੀ ਜਾਂਦੇ ਲੋਕਾਂ ਨੂੰ। ਨਿੱਜਰ ਸਾਹਿਬ ਬਿਲਕੁਲ ਮੈਂ ਕਿਹਾ ਤੇ ਤੁਹਾਡੇ ਦਿਮਾਗ 'ਚ ਆ ਗਈ ਗੱਲ। ਨਹੀਂ ਤੇ ਉਦੋਂ ਟੀਵੀ ਤੇ ਵੁਹਾਨ ਹੁੰਦਾ ਸੀ, ਹੁਣ ਕੋਈ ਨਹੀਂ ਬੋਲਦਾ ਕੋਈ ਟੀਵੀ ਤੇ। ਹੁਣ ਵੀ ਤੇ ਵਾਇਰਸ ਹੈਗਾ, ਹੁਣ ਕੋਈ ਨਹੀਂ ਗੱਲ ਚੱਲਦੀ। ਇਹ ਸਭ ਦੁਨੀਆ ਏਦਾਂ ਦੀ ਹੈ, ਇਹ ਦੁਨੀਆ ਬਹੁਤ ਚਲਾਕ ਹੈ। ਇਹ ਕੋਈ ਏਦਾਂ ਦੀ ਚੀਜ਼ ਵੀ ਤੁਹਾਨੂੰ ਵੇਚਣਾ ਚਾਹੁੰਦੀ ਹੈ ਆਪਣੇ ਫਾਇਦੇ ਲਈ। ਲੋਕ ਪਤਾ ਨਹੀਂ ਕੀ ਵੇਚੀ ਜਾਂਦੇ, ਜਦ ਕਿ ਉਹ ਜੇ ਸੱਚੀ ਉਹ ਪ੍ਰੋਡਕਟ ਸਹੀ ਨਹੀਂ ਆ, ਉਹ ਕੋਈ ਚੰਗਾ ਪੈਸਾ ਨਹੀਂ ਆ, ਪਰ ਲੋਕੀ ਲਈ ਜਾਂਦੇ ਨੇ ਪੈਸਾ, ਉਹ ਨਹੀਂ ਪਰਵਾਹ ਕਰਦੇ। ਇਹ ਬਾਣੀ 'ਚ ਖਾਸ ਕਰਕੇ ਮਨਾ ਕੀਤਾ ਨਾ ਚੀਜ਼ਾਂ। ਠੀਕ ਹੈ ਨਿੱਜਰ ਸਾਹਿਬ, ਆਪਾਂ ਅੱਗੇ ਚੱਲੀਏ। ਹਾਂਜੀ, ਕਹਿੰਦੇ ਕਪਾਈ ਦੇਖ ਮਾੜਿਆਂ ਦੀ ਸੰਗਤ ਨਾ ਕਰੀ। ਅੱਗੇ 11ਵਾਂ ਆ ਗਿਆ ਸ਼ਲੋਕ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਕਹਿੰਦੇ ਦੇਖ ਲੈ ਚੰਦਨ ਦਾ ਬੂਟਾ ਭਾਈ, ਇਹੋ ਜਿਹੇ ਚੰਦਨ ਵਰਗੇ ਜਿਹੜੇ ਇਨਸਾਨ ਹੈਗੇ ਉਹਨਾਂ ਦੀ ਸੰਗਤ ਕਰੀ ਭਾਈ। ਚੰਦਨ ਕਾ ਬਿਰਵਾ ਭਲਾ, ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ਦੇਖ ਉਹਦੇ ਨਾਲ ਢਾਕ ਪਲਾਸ ਜਿਹੜੇ ਹੋਰ ਤਰ੍ਹਾਂ ਦੇ ਜਿਹੜੇ ਦਰਖਤ ਹੈਗੇ ਉਹਨਾਂ ਦੇ ਨਾਲ ਘਿਰਿਆ ਹੋਇਆ ਹੈ। ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਕਹਿੰਦੇ ਉਹਨਾਂ ਦੇ ਅੰਦਰ ਵੀ ਖੁਸ਼ਬੂ ਆ ਜਾਂਦੀ ਹੈ ਭਾਈ, ਜਿਹੜੇ ਚੰਦਨ ਦੇ ਕੋਲ ਰਹਿੰਦੇ ਆ। ਇਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ, ਚੰਗੇ ਬੰਦਿਆਂ ਦੀ ਸੰਗਤ ਕਰੀ ਜਿਨ੍ਹਾਂ ਚੋਂ ਤੇਰੇ ਕੋਲ ਗੁਣ ਆ ਸਕਣ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ। ਕਹਿੰਦੇ ਕੋਈ ਮਾੜਾ ਸੰਗਤ ਹੋਵੇ ਨਾ, ਕਹਿੰਦੇ ਕੰਨਾਂ 'ਚ ਉਂਗਲਾਂ ਦੇ ਲਓ, ਬਸ ਉੱਥੋਂ 9 ਤੋਂ 11 ਹੋ ਜਾਓ, ਕਿਉਂਕਿ ਉਹਨੇ ਗੰਦ ਤੁਹਾਡੇ ਚਿੱਤ 'ਚ ਸੁੱਟ ਦੇਣਾ। ਅੱਜ ਨਹੀਂ ਤੇ ਕੱਲ ਨੂੰ ਉਹ ਬੀਜ ਨਾ ਪ੍ਰਗਟ ਹੋਣਾ। ਮਾੜੀ ਸੰਗਤ ਬਹੁਤ ਖਤਰਨਾਕ ਹੁੰਦੀ ਹੈ। ਕਹਿੰਦੇ ਜਿਹੜਾ ਕੋਲਾ ਨਾ, ਜੇ ਗਰਮ ਆ, ਪਹਿਲਾਂ ਵੀ ਗੱਲ ਚੱਲੀ ਸੀ ਇੱਕ ਵਾਰੀ, ਜੇ ਕਹਿੰਦੇ ਕਿਸੇ ਨੇ ਕਿਹਾ ਕਿ ਜੇ ਗਰਮ ਹੈ ਤੇ ਹੱਥ ਸਾੜੂਗਾ ਹੀ, ਜੇ ਠੰਡਾ ਵਾ ਨਾ ਤੇ ਤੇਰਾ ਨੇ ਹੱਥ ਕਾਲਾ ਕਰਨਾ। ਇਸੇ ਲਈ ਮਾੜੀ ਸੰਗਤ ਵੀ ਏਦਾਂ ਹੀ ਹੈ, ਉਹਦਾ ਪ੍ਰਭਾਵ ਤੁਹਾਡੇ ਜੀਵਨ 'ਚ ਆਉਣਾ ਹੀ ਆਉਣਾ। ਤੁਸੀਂ ਕਿਸੇ ਦੀ ਸੰਗਤ ਕਰਕੇ ਵੇਖੋ, ਤੁਸੀਂ ਚੰਗੇ ਮਨੁੱਖਾਂ ਦੀ ਸੰਗਤ ਕਰੋਗੇ ਤੁਹਾਡੇ ਜੀਵਨ 'ਚ ਚੰਗਿਆਈ ਆਈ ਜਾਣੀ ਆ। ਤੁਸੀਂ ਮਾੜੇ ਮਨੁੱਖਾਂ ਦੀ ਸੰਗਤ ਕਰੋ, ਹੌਲੀ ਹੌਲੀ ਕਰਕੇ ਤੁਹਾਡੇ ਜੀਵਨ 'ਚ ਬੁਰਾਈ ਆਉਣੀ ਆਉਣੀ ਹੈ। ਇਹ ਲੌਜਿਕ ਹੈ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ, ਬਿਲਕੁਲ ਠੀਕ ਹੈ। ਹਾਂਜੀ ਅੱਗੇ ਚੱਲੀਏ। ਇਸ ਤੋਂ ਅੱਗੇ ਇਸੇ ਤਰ੍ਹਾਂ ਕਹਿੰਦੇ ਆ, ਅੱਗੇ ਚੱਲੀਏ। ਇਸ ਤੋਂ ਅੱਗੇ ਹੁਣ ਜਿਹੜੇ ਹੈਗੇ ਕਬੀਰ ਜੀ ਕਹਿੰਦੇ ਆ, ਕਹਿੰਦੇ ਦੇਖ ਪਹਿਲੀ ਗੱਲ ਆ ਮਾੜੀ ਸੰਗਤ ਨਾ ਕਰੀ, ਦੂਜੀ ਗੱਲ ਆ ਚੰਗੀ ਸੰਗਤ ਕਰੀ, ਤੇ ਤੀਸਰੀ ਗੱਲ ਆ ਹਉਮੈ ਨਾ ਰੱਖੀ, ਆਕੜ ਨਾ ਰੱਖੀ, ਬਾਂਸ ਵਾਂਗੂ ਨਾ ਰਹੀਂ। ਬਈ ਜਿਹੜਾ ਹੈਗਾ ਸੰਗਤ ਚੰਗੀ ਦੇ ਵਿੱਚ ਵੀ ਬੈਠਾ ਹੈ ਤੇ ਕੋਈ ਗ੍ਰਹਿਣ ਹੀ ਨਾ ਕਰੇ ਕੁਛ, ਐਵੇਂ ਦਾ ਵੀ ਨਾ ਹੋਈ। ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੁੱਬੋ ਕੋਏ। ਐਵੇਂ ਨਾ ਡੁੱਬੀ ਪਿਆਰਿਆ। ਦੇਖ ਬਾਂਸ ਆਪਣੀ ਆਕੜ 'ਚ ਹੀ ਜਿਹੜਾ ਹੈਗਾ, ਉਹਨੂੰ ਕੁਛ ਵੀ ਨਾ ਖੁਸ਼ਬੂ ਆਉਂਦੀ ਆ, ਚੰਦਨ ਦੇ ਬਿਲਕੁਲ ਖਹਿ ਕੇ ਰਹਿੰਦਾ ਨੇੜੇ। ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਬਿਲਕੁਲ ਨੇੜੇ ਹੁੰਦਾ ਹੈ ਭਾਈ, ਉਹਨੂੰ ਜਿਹੜਾ ਸੁਗੰਧ ਨਹੀਂ ਹੁੰਦੀ ਬਾਂਸ ਨੂੰ, ਇੰਨੀ ਹੈਗੀ ਭਾਈ। ਦੇਖੋ 3 ਚੀਜ਼ਾਂ ਦੱਸੀਆਂ ਕਬੀਰ ਜੀ ਨੇ। ਪਹਿਲੀ ਦੱਸੀ ਬਈ ਦੇਖ ਮਾੜੀ ਸੰਗਤ ਨਾ ਕਰੀ, ਦੂਜੀ ਜਿਹੜੀ ਚੰਗੀ ਸੰਗਤ ਕਰੀ, ਔਰ ਤੀਸਰੀ ਜਿਹੜੀ ਹੈਗੀ ਆਕੜ 'ਚ ਨਾ ਰਹੀ, ਸੰਗਤ ਜ਼ਰੂਰ ਕਰੀ, ਕਿਉਂਕਿ ਤੂੰ ਪਰਫੈਕਟ ਨਹੀਂ ਹੈਗਾ, ਤੇਰੇ ਅੰਦਰ ਗੁਣ ਵੀ ਹੈਗੇ, ਅਵਗੁਣ ਵੀ ਹੈਗੇ ਆ। ਚੰਗੀ ਸੰਗਤ ਕਰੇਗਾ ਗੁਣ ਪ੍ਰਗਟ ਹੋ ਜਾਣਗੇ, ਅਵਗੁਣ ਛੁਪ ਜਾਣਗੇ। ਮਾੜੀ ਸੰਗਤ ਕਰੇਗਾ
ਤੇ ਗੁਣ ਜਿਹੜੇ ਹੈਗੇ ਇੱਕ ਦੋ ਉਹ ਵੀ ਚਲੇ ਜਾਣਗੇ, ਔਗੁਣ ਪੂਰੇ ਲਿਸ਼ਕਾਰੇ ਮਾਰਨਗੇ। ਹਾਂਜੀ ਵੀਰ ਜੀ। ਹਾਂਜੀ, ਗੱਲ ਉਹ ਮੈਨੂੰ ਤੁਹਾਡੀ ਚੇਤੇ ਆ ਗਈ। ਉਹ ਲక్ష్మణ ਸੀ ਨਾ ਜਦੋਂ ਰਾਵਣ ਕੋ ਗਿਆ ਸੀ। ਹਾਂਜੀ ਹਾਂਜੀ। ਤੇ ਉਹ ਕਹਿੰਦੇ ਉਹਨੂੰ ਕੋ ਗਿਆਨ ਪ੍ਰਾਪਤ ਕਰ ਲਈ। ਉਹ ਜਾਣ ਲੱਗਾ ਸੰਸਾਰ ਤੋਂ, ਬੰਦਾ ਗਿਆਨੀ ਹੈ, ਤੈਨੂੰ ਕੋਈ ਗਿਆਨ ਦੀ ਗੱਲ ਕਰੂਗਾ। ਤੇ ਉਹ ਸਿਰ ਦੇ ਵੱਲ ਖਲੋਤਾ ਤੇ ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹਨੇ ਵਾਪਸ ਗਿਆ, ਰਾਮ ਨੂੰ ਕਹਿੰਦਾ ਵੀ ਉਹਨੇ ਤਾਂ ਕੋਈ ਜਵਾਬ ਨਹੀਂ ਦਿੱਤਾ। ਕਹਿੰਦਾ ਤੈਨੂੰ ਖਲੋਤਾ ਕਿੱਥੇ ਆ? ਕਹਿੰਦਾ ਮੈਂ ਸਿਰ ਵੱਲ। ਕਹਿੰਦਾ ਜਦੋਂ ਕੋਈ ਚੀਜ਼ ਪ੍ਰਾਪਤ ਕਰੀਦੀ ਹੈ ਨਾ, ਚਰਨਾਂ ਤੇ ਬਹਿ ਕੇ ਚੀਜ਼ ਨੂੰ ਪ੍ਰਾਪਤ ਕਰੀਦਾ। ਬਿਲਕੁਲ। ਤੇ ਫਿਰ ਉਹ ਗਿਰ ਗਿਆ ਤੇ ਫਿਰ ਉਹ ਖੁਸ਼ ਹੋ ਗਿਆ, ਉਹਨੂੰ ਪਤਾ ਲੱਗ ਗਿਆ ਬੰਦਾ ਹੁਣ ਗਿਆਨ ਪ੍ਰਾਪਤ ਕਰਨ ਦੇ ਲਾਇਕ ਹੈ। ਉਹਨੇ ਪਹਿਲਾਂ ਅਸਲ ਚ ਗਿਆਨ ਦੀ ਨਹੀਂ, ਇਹ ਗੱਲਾਂ ਸਾਰੀਆਂ ਸਾਨੂੰ ਸਮਝਾਉਣ ਦੇ ਲਈ ਆ। ਚਰਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਆਪਾਂ ਪ੍ਰਮਾਤਮਾ ਦੀ ਗੱਲ ਕਰਦੇ ਹਾਂ ਤੇ ਆਪਾਂ ਨਹੀਂ ਕਹਿੰਦੇ ਕਿ ਮੈਂ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ। ਹੁਣ ਪ੍ਰਮਾਤਮਾ ਦੇ ਕੋਈ ਚਰਨ ਥੋੜੀ ਹੈਗੇ ਆ, ਪਰ ਉਹ ਨਿਮਰਤਾ ਦਾ ਭਾਵ ਹੈ। ਸਾਨੂੰ ਗੁਰੂ ਸਮਝਾ ਕੇ ਗਏ ਨੇ ਕਿ ਬਈ ਤੁਸੀਂ ਚਰਨਾਂ ਚ ਅਰਦਾਸ ਕਰਨੀ ਹੈ, ਠੀਕ ਹੈ। ਕਹਿਣ ਤੋਂ ਭਾਵ ਇਹੋ ਹੀ ਆ ਕਿ ਉਹ ਸਾਨੂੰ ਥੋੜਾ ਜਿਹਾ ਸਮੱਤ ਦੇ ਕੇ ਗਏ ਨੇ। ਹੁਣ ਉਹ ਰਾਵਣ ਕੋ ਫਿਰ ਜਾਂਦਾ ਹੈ ਚਰਨਾਂ ਚ। ਫਿਰ ਉੱਥੇ ਰਾਵਣ ਕਹਿੰਦਾ ਕਿ ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਾਂ। ਕਹਿੰਦਾ ਦੱਸੋ। ਇੱਕ ਤੇ ਜੇ ਤੂੰ ਚੰਗਾ ਕੰਮ ਕਰਨਾ ਨਾ, ਫਿਰ ਡਿਲੇ ਨਾ ਕਰੀ, ਕਰਦੀ। ਤੇ ਕਹਿੰਦਾ ਦੂਜਾ, ਕਹਿੰਦਾ ਮਾੜਾ ਕੰਮ ਤਾਂ ਵਿਚਾਰ ਆਵੇ ਨਾ, ਤੂੰ ਕਵੀ ਅੱਜ ਨਹੀਂ ਮੈਂ ਕਰਨਾ, ਕੱਲ ਕਰੂੰ। ਤੂੰ ਲੜਨ ਨੂੰ ਤੇਰਾ ਦਿਲ ਕਰੇ ਨਾ, ਤੂੰ ਕਵੀ ਮੈਂ ਨਹੀਂ ਲੜਨਾ, ਅੱਜ ਕੱਲ ਲੜਾਂਗਾ। ਤੇਰਾ ਦਿਲ ਕਰਦਾ ਕਿਸੇ ਦਾ ਭਲਾ ਹੈ, ਕਿਸੇ ਬੱਚੇ ਦੀ ਸਕੂਲ ਦੀ ਫੀਸ ਦੇਣ ਵਾਲੀ ਹੈ, ਕਿਸੇ ਬੱਚੇ ਨੂੰ ਲੋੜ ਹੈ ਚੱਪਲਾਂ ਦੀ, ਕਿਸੇ ਬੱਚੇ ਨੂੰ ਲੋੜ ਹੈ ਡਰੈਸ ਦੀ, ਤੇਰੇ ਆਂਢ ਗੁਆਂਢ ਵੇਖ, ਹਨਾ, ਤੇ ਤੂੰ ਹੁਣ ਇਹ ਕਰ ਲੈ। ਕਿਉਂਕਿ ਘੰਟੇ ਡੇਢ ਘੰਟੇ ਬਾਅਦ ਤੇਰਾ ਚਿੱਤ ਪਰਿਵਰਤਨ ਹੋ ਜਾਣਾ ਵਾ, ਤੇ ਤੂੰ ਨਹੀਂ ਕਰਨਾ। ਬਿਲਕੁਲ ਨਹੀਂ ਕਰਨਾ। ਹਾਂ, ਉਹ ਯਾਦ ਜੋ ਤੁਹਾਨੂੰ ਮੈਂ ਕਹਾਣੀ ਸੁਣਾਉਂਦਾ ਸਾਂ, ਪਤਾ ਨੀ ਮੈਂ ਕਿੱਥੋਂ ਪੜ੍ਹੀ। ਉਹ ਚਰਚ ਦੇ ਵਿੱਚ ਬੰਦਾ ਬੈਠਾ ਤੇ ਉਹ ਪਾਸਟਰ ਜਿਹਾ ਆਇਆ ਤੇ ਉਹਨੇ ਬੜੀਆਂ ਵਧੀਆ ਗੱਲਾਂ ਕੀਤੀਆਂ। ਉਹ ਕਹਿੰਦਾ ਇਹਨੂੰ ਦਊਂਗਾ $50। ਬਹੁਤ ਵਧੀਆ। ਉਹ 10 ਮਿੰਟ ਹੋਰ ਗੱਲਾਂ ਸੁਣੀਆਂ। ਮਨ ਦੀ ਗੱਲ ਵੇਖ ਲਓ, ਮਨ ਕਿੱਡਾ ਖਤਰਨਾਕ ਹੈ। ਕਹਿੰਦਾ 10 ਕੋਈ ਜ਼ਿਆਦਾ ਨਹੀਂ ਆ। ਕਹਿੰਦਾ ਇਹਨੂੰ 30 ਦੇ ਦਾਂਗੇ। ਇਹ 10 ਮਿੰਟ ਹੋਰ ਸੁਣਿਆ, ਕਹਿੰਦਾ 30 ਵੀ ਜ਼ਿਆਦਾ ਵਾ, ਤੇ ਏਦਾਂ ਕਰਾਂਗਾ ਮੈਨੂੰ 20 ਦੇ ਦਾਂਗਾ। ਇਹ ਥੋੜਾ ਹੋਰ ਸੁਣਿਆ, 10 ਤੇ ਗੱਲ ਪਹੁੰਚ ਗਈ। ਫਿਰ ਕਹਿੰਦਾ 10 ਤੋਂ ਨਹੀਂ ਥੱਲੇ ਜਾਣਾ ਨਿੱਜਾ ਸਾਹਿਬ। ਕਹਿੰਦਾ ਨਹੀਂ, ਕਹਿੰਦਾ ਇਹ ਲਾਸਟ ਡਨ, ਹੁਣ ਨਹੀਂ, ਇਸ ਤੋਂ ਨਹੀਂ ਘਟਾਉਣੇ, ਇਹ ਲਾਸਟ ਹੈ, ਮੈਂ 10 ਦੇਵਾਂਗਾ। ਫਿਰ ਉਹ ਕਹਿੰਦਾ ਕਿ ਉਹ ਜਿਹੜਾ ਪਾਸਟਰ ਸੀ ਉਹਨੇ ਜੋ ਵੀ ਦੇਣਾ ਸੀ, ਭਾਸ਼ਣ ਲੈਕਚਰ ਦਿੱਤਾ, ਤੇ ਉਹ ਲੈ ਕੇ ਆਇਆ ਉਹ ਬਾਕਸ ਜਿਹਦੇ ਵਿੱਚ ਪੈਸੇ ਪਾਉਣੇ ਸੀ। ਤੇ ਕਹਿੰਦਾ ਧਰਮ ਨਾਲ ਮੈਂ ਸੱਚ ਕਵਾਂ, ਮੇਰਾ ਦਿਲ ਕਰੇ 10 ਪਾਉਣ ਦੀ ਜਗ੍ਹਾ ਉਹਦੇ ਵਿੱਚੋਂ ਕੱਢ ਲਾਂ। ਆਪਾਂ ਜੱਟ ਤੇ ਮਨ ਕਿੱਡਾ ਖਤਰਨਾਕ ਹੈ, ਏਦਾਂ ਹੀ ਕਰਦਾ। ਇਸ ਤੋਂ ਪਹਿਲੇ ਬਦਲ ਜੇ, ਚੰਗਾ ਕੰਮ ਕਰ ਲਿਆ ਕਰੋ, ਠੀਕ ਹੈ। ਕਹਿੰਦੇ ਬਦਲ ਜਾਣਾ ਹੁੰਦਾ। ਹੁਣ ਕਹਿੰਦੇ ਇਹਨੇ 10 ਦੀ ਜਗ੍ਹਾ 10 ਵੀ ਨਹੀਂ ਦੇਣੇ, ਨੇ ਕਹਿਣਾ ਵਿੱਚੋਂ ਕੱਢ ਲਈਏ। ਸੋ ਕਹਿਣ ਤੋਂ ਭਾਵ ਹੋਈ ਹੈ, ਠੀਕ ਹੈ ਜੀ। ਨਿੱਜਾ ਸਾਹਿਬ ਅੱਗੇ ਚੱਲੀਏ। ਹਾਂਜੀ, ਇਹ ਆਖਰੀ ਅੱਜ ਦਾ ਲਈਏ ਆਖਰੀ, ਕਿ ਕਬੀਰ ਜੀ ਕਹਿੰਦੇ ਤੂੰ ਹੁਣ ਇੱਕ ਜਿਹੀ ਯਾਦ ਰੱਖੀ ਵੀ ਦੁਨੀਆ ਦੇ ਵਿੱਚ ਤੂੰ ਆਇਆ ਆ, ਕਾਹਦੇ ਵਾਸਤੇ ਆਇਆ, ਉਹ ਕੰਮ ਜ਼ਰੂਰ ਕਰ ਲਈ। ਬਸ ਉਹ ਕੰਮ ਜਿਹੜਾ ਹੈਗਾ, ਉਹ ਕੰਮ ਨਹੀਂ ਕੀਤਾ ਤੇ ਸਮਝ ਲੈ ਤੂੰ ਜਿਹੜਾ ਹੈਗਾ, ਤੂੰ ਆਪਣੇ ਪੈਰਾਂ ਤੇ ਕੁਹਾੜੀ ਮਾਰ ਲਈ। ਫਿਰ ਤੂੰ ਆਪਣੇ ਆਪ ਜਿਹੜਾ ਹੈਗਾ ਆਪਣੇ ਘਰ ਨੂੰ ਅੱਗ ਲਗਾ ਲਈ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਕਹਿੰਦੇ ਦੀਨ ਨੂੰ ਨਾ ਗਵਾਈ। ਦੀਨ ਕੀ ਹੈਗਾ? ਦੀਨ ਹੈਗਾ ਧਰਮ। ਪਰ ਆਪਣੇ ਅੰਦਰ ਜਿਹੜਾ ਹੈਗਾ, ਜਿਸ ਮਕਸਦ ਵਾਸਤੇ ਆਏ ਆਪਾਂ, ਆਪਣੇ ਆਪ ਨੂੰ ਬੁੱਝਣ ਵਾਸਤੇ ਵੀ ਮੈਂ ਕੌਣ ਹੈਗਾ, ਇਹ ਕੰਮ ਜਿਹੜਾ ਹੈਗਾ, ਇਹ ਹਉਮੈ ਜਿਹੜੀ ਹੈਗੀ ਆ, ਇਹਨੂੰ ਦੂਰ ਕਰਨਾ, ਤਾਂ ਹੀ ਆਪਣਾ ਆਪ ਦਿਸੂਗਾ ਪਾਏ। ਕਹਿੰਦੇ ਆ ਜਿਹੜਾ ਹੈਗਾ ਕਬੀਰ ਦੀਨ ਗਵਾਇਆ ਦੁਨੀ ਸਿਓ। ਦੁਨੀ ਕਹਿੰਦੇ ਪਦਾਰਥ, ਦੁਨੀਆ ਦਾ ਚੋਗਾ। ਕਹਿੰਦੇ ਇਹਦੇ ਵਿੱਚ ਜਿਹੜਾ ਹੈਗਾ, ਇਹ ਚੋਗੇ ਦੇ ਵਿੱਚ ਭਟਕ ਕੇ ਤੇ ਆਪਣਾ ਮਕਸਦ ਜਿਹੜਾ ਹੈਗਾ, ਜਿਹਦੇ ਵਾਸਤੇ ਤੂੰ ਆਇਆ ਆ, ਉਹਨੂੰ ਨਾ ਭੁੱਲ ਜਾਏ। ਦੁਨੀ ਨਾ ਚਾਲੀ ਸਾਥ। ਇਹਨੇ ਦੁਨੀਆ ਨੇ ਤੇਰੇ ਨਾਲ ਨਹੀਂ ਜਾਣਾ। ਜੋ ਕੁਛ ਵੀ ਕਮਾਈ ਕਰੇਗਾ ਇੱਥੇ ਦੁਨੀਆ ਦੇ ਵਿੱਚ, ਜੋ ਕੁਛ ਵੀ ਕਰੇਗਾ, ਉਹਦਾ ਇੱਥੇ ਦੇ ਇੱਥੇ ਹੀ ਜਿਹੜਾ ਹੈਗਾ, ਇੱਥੇ ਦੇ ਇੱਥੇ ਹੀ ਭੁਗਤਾਨ ਹੈ। ਜੋ ਖਾ ਲਿਆ ਪੀ ਲਿਆ, ਓਨਾ ਹੀ ਤੇਰਾ ਲਾਭਦਾਇਕ ਹੈ। ਬਾਕੀ ਸਾਰਾ ਕੁਛ ਵੇਸਟ ਹੈ ਤੇਰਾ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਦੇਖ ਲਾ, ਜੇ ਦੀਨ ਨੂੰ ਗਵਾ ਦਿੱਤਾ ਤੇ ਆਪਣੇ ਪੈਰਾਂ ਤੇ ਆਪ ਹੀ ਜਿਹੜਾ ਹੈਗਾ ਕੁਹਾੜਾ ਮਾਰ ਲਏਗਾ।
ਇਹ ਮਾਇਆ ਨੇ ਤੈਨੂੰ ਜਿਹੜਾ ਹੈਗਾ ਭੁਲੇਖਾ ਕਰ ਦੇਣਾ, ਗਾਫਲ ਕਰ ਦੇਣਾ। ਮਾਇਆ ਨੇ ਐਸੇ ਐਸੇ ਸਵਾਦ, ਐਸੇ ਐਸੇ ਰਸਕਸ ਹੈਗੇ ਆ। ਆਹ ਚੀਜ਼ ਤੋਂ ਬਚ ਕੇ ਰਹੀ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਵੇਖੋ ਤੁਹਾਨੂੰ ਇਹ ਜਿਹੜੇ ਪ੍ਰਚਾਰਕ ਨੇ ਵਿਚਾਰੇ, ਕੋਈ ਕੁਝ ਬਣਾ ਕੇ ਬੈਠਾ ਤੇ ਕੋਈ ਕੁਝ। ਉਹ ਤੁਹਾਨੂੰ ਕਹਿੰਦੇ ਮਾਇਆ ਦਾ ਤਿਆਗ ਕਰੋ, ਆਪ ਮਾਇਆ ਨੂੰ ਜਫੇ ਪਾਏ ਹੋਏ ਨੇ, ਰੱਸੇ ਬੱਧੇ ਹੋਏ ਨੇ। ਇਹ ਦੇਖੋ ਬੰਦੇ ਦੀ ਫਿਤਰਤ ਤੇ ਬਾਣੀ ਚ ਤਾਈਓ ਤੁਕ ਲਿਖ ਕੇ ਗਏ ਨੇ, ਕਹਿੰਦੇ ਅਵਰ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਾਰਿਆ। ਮਨਾ ਕੀਤਾ। ਉਹਨਾਂ ਨੂੰ ਪਤਾ ਹੈ ਇਦਾਂ ਦਾ ਇਨਸਾਨ ਦਾ ਸੁਭਾਅ ਹੈ। ਦੂਜੇ ਨੂੰ ਸਿਖਾਉਣਾ ਪਰ ਖੁਦ ਨਹੀਂ ਕਰਨਾ। ਫਿਰ ਉਹ ਕਹਿੰਦੇ ਆ ਕੀ ਕਹਿੰਦੇ ਆ, ਵੇਖੋ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਤੁਹਾਨੂੰ ਯਕੀਨ ਨਹੀਂ ਨਾ, ਆਂਢ ਗੁਆਂਢ ਨਾ ਮਾਰੋ। ਨਹੀਂ ਯਕੀਨ, ਮੈਨੂੰ ਫੋਨ ਕਰੋ, ਤੁਹਾਨੂੰ ਮੈਂ ਯਕੀਨ ਦਿਵਾਵਾਂ। ਉਹ ਵੇਂਦੇ ਨੇ ਵਿਚਾਰੇ। ਇੱਥੇ ਸਾਡੇ ਨਾਲ ਆਸ਼ਰਮ ਹੈਗਾ, ਚੰਗੇ ਬੜੇ ਬੰਦੇ, ਓਕੇ ਰਿਪੋਰਟ, ਬੜਾ ਕੁਝ ਕੀਤਾ ਸੀ। ਉਹ ਪਾਰ ਉੱਡ ਗਏ, ਵਿਚਾਰੇ ਇਕੱਲੇ ਰਹਿ ਗਏ। ਉਹ ਕਹਿੰਦੇ ਉਹ ਵੀ ਨਹੀਂ ਹੱਥ ਆਇਆ ਤੇ ਇਹ ਵੀ ਹੱਥ ਨਹੀਂ ਆਇਆ, ਤੇ ਕੀਤਾ ਕੀ ਹੈ? ਮਾਂ ਦਾ ਸਿਰ। ਉਹ ਵੀ ਗਿਆ, ਆ ਵੀ ਗਿਆ। ਫਿਰ ਉਹ ਕਹਿੰਦੇ ਆ ਵੇਖੋ, ਇਹੋ ਤੁਕ ਕਹਿ ਰਹੀ ਹੈ, ਹੋਰ ਕੁਛ ਨਹੀਂ ਕਹਿ ਰਹੀ। ਕਬੀਰਾ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ। ਇਮਾਨਦਾਰੀ ਗਵਾਤੀ, ਵਫਾਦਾਰੀ ਗਵਾਤੀ, ਸੱਚ ਦਾ ਸਾਥ ਛੱਡਦਾ, ਝੂਠ ਦਾ ਸਾਥ ਕੀਤਾ। ਕਿਹਨਾਂ ਨੂੰ ਖੁਸ਼ ਕਰਨ ਦੇ ਲਈ? ਜਿਹੜੇ ਲਾਗੇ ਬੰਨੇ, ਉਹ ਕਹਿੰਦੇ ਉਹ ਲਾਗੇ ਨਹੀਂ ਲੱਗੇ, ਉਹ ਤਾਂ ਸਿਰ ਤੇ ਸੁਆਹ ਪਾ ਕੇ ਉੱਡ ਗਏ। ਉਹ ਤੇ ਉਹ ਇੱਕ ਹੈ ਨਾ ਗਰੁੱਪ ਚ, ਉਹ ਵਿਚਾਰੇ ਨੇ ਬਹੁਤ ਪ੍ਰਾਪਰਟੀ ਇਕੱਠੀ ਕੀਤੀ। ਬਾਅਦ ਚ ਥੋੜਾ ਜਿਹਾ ਇੱਕ ਜਗ੍ਹਾ ਤੇ ਘਾਟਾ ਪੈ ਗਿਆ। ਕਹਿੰਦਾ ਉਹ ਆਪਣੇ ਪਿਓ ਨੂੰ ਫੋਨ ਹੀ ਨਹੀਂ ਕਰਦਾ ਬੰਦਾ। ਉਹ ਕਹਿੰਦਾ ਤੂੰ ਬਹੁਤ ਨੁਕਸਾਨ ਕਰਦਾ ਬੁੜਿਆ, ਤੇਰੀ ਸਜ਼ਾ ਹੀ ਇਹੋ ਹੈ ਕਿ ਤੈਨੂੰ ਫੋਨ ਨਹੀਂ ਕਰਨਾ। ਦੇਖੋ ਕਿੱਦਾਂ ਦਾ। ਉਸ ਬੰਦੇ ਨੂੰ ਮੈਂ ਸਮਝਾਇਆ, ਉਹ ਮੈਂ ਭੋਲਿਆ, ਮੈਂ ਬਾਹਰ ਆਇਆ, ਬਾਹਰ ਮੈਂ ਉਹਦੀ ਸਮਾਧੀ ਲੱਗਣ ਡਿਆ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ, ਪਤਾ ਨੀ ਸ਼ਾਇਦ ਕਥਾ ਸੁਣ ਲੇ। ਮੈਂ ਕਿਹੜਾ ਕਿ ਕੋ ਡਰਦਾ। ਮੈਂ ਕਿਹਾ ਅੰਕਲ ਇੰਡੀਆ ਚ ਵਾਪਸ ਆਣਾ ਹੀ ਤੇ ਫੋਨ ਨਾ ਕਰੀ, ਨਾ ਉਸ ਚੀਜ਼ ਨੂੰ ਛੇੜੀ। ਉਹ ਜੋ ਹੋ ਗਿਆ ਉਹਨੂੰ ਕੁਦਰਤ ਦਾ ਇੱਕ ਸਮਝ ਲਾ ਕਿ ਫੈਸਲਾ ਹੀ, ਤੇ ਆਪਣੀ ਸਾਧਨਾ ਨਾ ਬੰਦ ਕਰੀ। ਤੇ ਇਹਨੇ ਪਿਓ ਦੇ ਪੁੱਤ ਨੇ ਗਹਿਣੇ ਗੁਣਾ ਪਾ ਕੇ ਨਾ, ਗਹਿਣੇ, ਤੇ ਉਹ ਪਤਾ ਨੀ ਕਿਸ ਬੰਦੇ ਨੂੰ ਪੈਸੇ ਦੇ ਦਿੱਤੇ, ਤੇ ਉਹ ਉੱਥੋਂ ਮੇਰੇ ਪੈਸੇ ਕਢਾ। ਮੈਂ ਉਹ ਤੇ ਬਿਸਕੁਟ ਦੇ ਨਾਲ ਬਿਸਕੁਟ ਕੱਢਣ ਵਾਲਾ ਹਿਸਾਬ ਜੋ ਮੈਂ ਬੜੀ ਕੱਢ ਕੇ ਵੇਖਿਓ, ਬਿਸਕੁਟ ਤੇ ਨਿਕਲਦਾ ਹੀ ਨਹੀਂ, ਸਗੋਂ ਦੂਜਾ ਜਿਹੜਾ ਹੱਥ ਜਗਾ ਉਹ ਵੀ ਟੁੱਟ ਜਾਂਦਾ। ਨਿੱਜਰ ਸਾਹਿਬ ਬਿਲਕੁਲ ਉਹ ਵੀ ਘੁਲ ਜਾਂਦਾ। ਮੈਂ ਇਹ ਕੰਮ ਨਾ ਕਰਿਓ। ਉਹ ਕਿੱਥੋਂ ਟਿਕੇ? ਮੈਂ ਉਹਦੇ ਘਰੇ ਪਤਾ ਨੀ ਕਿੱਦਾਂ ਦਾ ਪੈਸਾ ਪੂਆ ਸੀ, ਉਹ ਦਿਮਾਗ ਤੇ ਚੜ ਗਿਆ ਜੀ, ਤੇ ਉਹ ਜੱਗਾ ਬਣ ਗਿਆ, ਉਹ ਰੁਪਈਏ ਹੋਰ ਵੜ ਗਏ। ਤੇ ਉਧਰੋਂ ਉਹ ਬਾਹਰੋਂ ਫੋਨ ਆਈ ਜਾਵੇ ਕਿ ਉਹ 9 ਦਾ ਗਹਿਣਾ ਸੀ ਨੱਜਾ ਸਾਹਿਬ, ਉਹ ਵੀ ਨਾਲ ਗਹਿਣੇ ਪਾਤਾ ਕਿਨੇ, ਘਰ ਦੀ ਤੇ ਪਾਉਣਾ ਨਾਲ 9 ਦਾ ਪਾਤਾ, ਤੇ ਉਹਨੇ ਹੋਰ ਵੇਲਣਾ ਚਾੜਿਆ। ਸੋ ਕਹਿਣ ਤੋਂ ਭਾਵ ਆ ਕਿ ਇਹ ਸੰਸਾਰ ਆ। ਕਈ ਵਾਰੀ ਨਾ ਜਿਹੜਾ ਡੈਮੇਜ ਹੋ ਗਿਆ ਨਾ, ਉਹਨੂੰ ਬਰਦਾਸ਼ਤ ਕਰ ਲਿਆ ਕਰੋ, ਹਜਮ ਕਰ ਲਓ। ਨੁਕਸਾਨ ਤੇ ਹੈਗਾ ਵਾ, ਮੈਂ ਨਹੀਂ ਕਹਿੰਦਾ ਨੁਕਸਾਨ ਨਹੀਂ ਹੈਗਾ, ਪਰ ਉਹ ਕੀਤਾ ਕੀ ਜਾ ਸਕਦਾ ਨੱਜਾ ਸਾਹਿਬ? ਉਹ ਤੇ ਬਿਸਕੁਟ ਨਾਲ ਬਿਸਕੁਟ ਹੀ ਕੱਢਣ ਵਾਲਾ ਹਿਸਾਬ, ਜੋ ਨਿਕਲਣਾ ਤਾਂ ਹੈ ਨਹੀਂ। ਉਹਦੇ 2-4 ਬਿਸਕੁਟ ਤੁਹਾਡੇ ਹੱਥ ਚ ਹੈਗੇ, ਉਹ ਵੀ ਟੁੱਟ ਕੇ ਵਿੱਚ ਡਿੱਗ ਜਾਣੇ, ਉਹ ਬਿਸਕੁਟ ਚਾਹ ਭਾਰੀ ਹੋ ਜਾਣੀ ਹੈ। ਤੇ ਇਸ ਕਰਕੇ ਕੋਸ਼ਿਸ਼ ਕਰਿਆ ਕਰੋ। ਇਹ ਸੰਸਾਰ ਆ, ਹਰ ਵਾਰੀ ਤੁਸੀਂ ਜਿੱਤਣਾ ਨਹੀਂ ਹੈ, ਕਈ ਵਾਰੀ ਤੁਹਾਡੀ ਹਾਰ ਵੀ ਹੋਣੀ ਆ। ਤੇ ਇਹ ਉਹ ਏਡਾ ਕੋਈ ਵੱਡੀ ਕਹਾਣੀ ਨਹੀਂ ਆ। ਬੜੇ ਵੇਖੋ, ਬੜੇ ਵੱਡੇ ਬਿਜ਼ਨਸਮੈਨ ਆ, ਉਹ ਇਨਵੈਸਟ ਕਰਦੇ ਆ, ਕਈ ਵਾਰੀ ਫਾਇਦਾ ਹੁੰਦਾ, ਕਈ ਵਾਰੀ ਨਹੀਂ ਹੁੰਦਾ, ਤੇ ਉਹ ਇਹ ਨੋਰਮਲ ਹੈ। ਠੀਕ ਹੈ ਜੀ। ਤੇ ਇਹ ਸੰਸਾਰ ਦੇ ਲਈ ਉਹ ਕਹਿੰਦੇ ਆ ਕਿ ਤੁਸੀਂ ਇੱਥੇ ਕੁਛ ਲੈ ਕੇ ਨਹੀਂ ਆਏ। ਵੈਸੇ ਵੀ ਆਪਾਂ ਕੁਛ ਲੈ ਕੇ ਨਹੀਂ ਆਏ, ਪਰ ਮੋਹ ਬੜਾ, ਕਿਉਂਕਿ ਉਹ ਮੋਹ ਦੇ ਵਿੱਚ ਜਦੋਂ ਆਪਾਂ ਫਸ ਜਾਂਦੇ ਆ, ਉਹ ਕੋਈ ਚੀਜ਼ ਸਾਡੇ ਵਿੱਚੋਂ ਪੈਦਾ ਹੋਈ ਹੈ, ਤੇ ਬੰਦਾ ਫਿਰ ਬਹੁਤ ਕੋਸ਼ਿਸ਼ ਕਰਦਾ ਹੈ। ਪਰ ਫਿਰ ਕੋਸ਼ਿਸ਼ ਤੇ ਕਰਨੀ ਕੋਈ ਮਾੜੀ ਚੀਜ਼ ਨਹੀਂ, ਮਿਹਨਤ ਕਰੋ, ਜੋ ਮਰਜ਼ੀ ਕਰੋ, ਪਰ ਗਲਤ ਤਰੀਕੇ ਨਾਲ। ਜਦੋਂ ਹੁਣ ਇੱਕ ਚੀਜ਼ ਨੂੰ ਆਪ ਦੇਖੋ,
ਉਹ ਚੀਜ਼ ਨੂੰ ਆਪਣੇ ਕਿਸੇ ਗਲਤ ਸਿਸਟਮ ਦੇ ਨਾਲ ਉਹਨੂੰ ਪਰਵਿਸ਼ ਕੀਤੀ ਉਹਦਾ ਰਿਜ਼ਲਟ ਕਿੱਥੋਂ ਨਿਕਲੂਗਾ ਦੱਸੋ? ਸਹੀ ਨਾ ਜੈ ਸਾਹਿਬ? ਬਿਲਕੁਲ। ਇਹ ਮਾਈਂਡ ਨਹੀਂ ਕਰਨਾ, ਮੈਂ ਵੀ ਉੱਥੇ ਕਿਸ਼ਤੀ 'ਚ ਬੈਠਾ, ਤੁਹਾਡੇ ਨਾਲ ਹੀ ਆਪਾਂ ਤੇ ਬੈਠੇ, ਆਪਾਂ ਕਿਹੜੇ ਵੱਖਰੇ ਹੈਗੇ। ਪਰ ਜਿਹੜੀ ਚੀਜ਼ ਨੂੰ ਮੈਂ ਪਰਵਰਿਸ਼ ਕਰ ਰਿਹਾ ਕਿਸੇ ਪੌਦੇ ਦੀ, ਹੁਣ ਮੈਂ ਕਿੱਦਾਂ ਦਾ ਪਾਣੀ ਪਾ ਰਿਹਾ, ਤੁਸੀਂ ਕੀ ਸੋਚਦੇ ਜੋ ਉਸ ਪਾਣੀ ਦਾ ਪ੍ਰਭਾਵ ਉਸ ਰੁੱਖ ਤੇ ਨਹੀਂ ਪਊਗਾ? ਪੈਣਾ ਹੈ, ਬਹੁਤ ਪੈਣਾ। ਤੁਸੀਂ ਜਿਹੜਾ ਪਾਣੀ ਖੁਦ ਪੀ ਰਹੇ ਜੋ, ਉਹ ਪਾਣੀ ਤੁਹਾਡਾ ਨਹੀਂ ਆ, ਉਹ ਇਜ਼ ਨਾਟ ਸਮਥਿੰਗ ਤੁਸੀਂ ਖਾ ਰਹੇ ਜੋ, ਉਹ ਰੋਟੀ ਤੁਹਾਡੀ ਨਹੀਂ ਸੀ, ਤੁਸੀਂ ਲੈ ਜੋ ਕਿਸੇ ਤਰੀਕੇ ਨਾਲ ਚੁੱਕ ਕੇ। ਦੱਸੋ ਤੁਸੀਂ ਉਸ ਰੋਟੀ ਨੂੰ ਖਾ ਕੇ ਤੰਦਰੁਸਤ ਰਹੋਗੇ? ਤੁਹਾਡਾ ਮਨ ਬੜਾ ਸ਼ਾਂਤ ਰਹੂਗਾ? ਦੋ ਮੈਨੂੰ ਇੱਕ ਛੋਟਾ ਜਿਹਾ ਜਵਾਬ ਦਿਓ ਨਿੱਜਰ ਸਾਹਿਬ। ਨਹੀਂ ਰਹੇਗਾ, ਬਿਲਕੁਲ ਨਹੀਂ ਰਹੇਗਾ। ਔਰ ਜੋ ਪਾਣੀ ਤੁਸੀਂ ਪਾ ਰਹੇ ਪੌਦੇ ਨੂੰ, ਉਹ ਪਾਣੀ ਤਾਂ ਉਹ ਪਹਿਲੇ ਦਿਨ ਤੋਂ ਹੀ ਅਸਰ ਕਰਨ ਲੱਗ ਜਾਂਦਾ। ਬੜਾ ਪਾਵਰਫੁਲ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਦੇਦਾ ਸੀ, ਅਮੀਰ ਬੰਦੇ ਦੀ ਰੋਟੀ ਖਾਇਆ ਜਾ ਕੇ, ਨਹੀਂ ਖਾਂਦੇ ਉਹ ਨਹੀਂ ਖਾਂਦੇ। ਉਹਨੂੰ ਪਤਾ ਇਹ ਜਿਹੜੇ ਪਕਵਾਨ ਆ ਇਹ ਤੇ ਜ਼ਹਿਰ ਹੈਗੇ ਆ। ਤੇ ਇੱਥੇ ਕਿ ਬਾਬੇ ਨੂੰ ਕਹੋਗੇ ਜ਼ਹਿਰ ਹੈਗਾ, ਉਹ ਕਹਿੰਦਾ ਕੋਈ ਨੀ, ਤੈਨੂੰ ਲੱਗਦਾ ਨਾ, ਮੈਨੂੰ ਦੇ ਜਾ, ਮੈਂ ਆਪੇ ਸਾਂਭ ਲਊ। ਜਿਹੜੀ ਤੇਰੀ ਪੈਲੀ ਨਾ 4-5 ਕਿੱਲੇ ਸਾਡੇ ਨਾਂ ਤੇ ਲਾ ਦੇ, ਤੇਰੀ ਉੱਥੇ ਤੇਰੀ ਟਿਕਟ ਬੁੱਕ ਕਰਦੇ ਆ ਉੱਥੋਂ ਦੀ ਸਵਰਗ ਦੀ। ਤੁਸੀਂ ਇੱਥੇ ਡੇਰੇ ਰਹੋ ਸਾਡੇ ਕੋਲ। ਇੱਥੇ ਇੱਕ ਹੈਗੀ ਸੀ ਮਾਈ, ਉਹਨੇ ਪੈਲੀ ਪੂਲੀ ਬਾਬਿਆਂ ਦੇ ਨਾਂ ਤੇ ਲਾਤੀ। ਫਿਰ ਬਾਬਿਆਂ ਨੇ ਕਹਿੰਦੇ ਚੱਲ ਬੀਬੀ ਤੇਰਾ ਦਿਮਾਗ ਸਹੀ ਕਰੀਏ, ਚੱਲ ਜਾਗਾ ਕਰ। ਉਹਦੀ ਸਾਰੀ ਜ਼ਿੰਦਗੀ ਜਾਗਾ ਚ ਲੰਘ ਗਈ। ਕਹਿਣ ਤੋਂ ਭਾਵ ਹੈ ਕਿ ਬੰਦੇ ਦੇ ਮਨ ਚ ਪਤਾ ਨਹੀਂ ਕਿੱਦਾਂ ਦੇ ਲੋਕ ਪਾ ਦਿੰਦੇ ਨੇ ਵਹਿਮ ਭਰਮ, ਤੇ ਉਹ ਬੰਦਾ ਉਹ ਚ ਵਿਸ਼ਵਾਸ ਕਰਦਾ। ਠੀਕ ਹੈ ਨਾ ਜੈ ਸਾਹਿਬ? ਅੱਜ ਦੀ ਵਿਚਾਰ ਇੱਥੇ ਹੀ। ਹਾਂਜੀ, ਬਸ ਆਖਰੀ ਦੇ ਵਿੱਚ ਕਬੀਰ ਜੀ ਇਹ ਕਹਿੰਦੇ ਕਿ ਭਾਈ ਕਿਹੜੇ ਕੰਮ ਵਾਸਤੇ ਤੂੰ ਦੁਨੀਆ ਦੇ ਵਿੱਚ ਆਇਆ? ਦੇਖ ਲਾ ਬ੍ਰਹਮ ਗਿਆਨ ਤੋਂ, ਬ੍ਰਹਮ ਗਿਆਨੀਆਂ ਤੋਂ ਦੇਖ ਲਾ, ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਬੁੱਝਣ ਦੇ ਵਾਸਤੇ ਆਇਆ ਆ। ਇਹ ਕੰਮ ਨੂੰ ਨਾ ਛੱਡੀ। ਦੁਨੀਆ ਦੇ ਵਿੱਚ ਜਿਹੜਾ ਹੈਗਾ ਜਿੰਨਾ ਦੁਨੀਆ, ਮੈਂ ਕਬੀਰ ਜੀ ਕਹਿੰਦੇ, ਮੈਂ ਨਹੀਂ ਕਹਿੰਦਾ ਤੂੰ ਦੁਨੀਆ ਦੇ ਪਦਾਰਥ ਨਾ ਲੈ, ਤੂੰ ਦੁਨੀਆ ਦੇ ਸਾਰਾ ਕੁਝ ਲੈ, ਪਰ ਜਿਹੜਾ ਕੰਮ ਆਇਆ ਉਹ ਕੰਮ ਨਾ ਛੱਡੀ। ਬਸ ਆਪਣੇ ਆਪ ਨੂੰ ਜਿਹੜਾ ਹੈਗਾ ਬੁੱਝਣਾ, ਇਹ ਭਗਤੀ, ਇਹਨੂੰ ਨਾ ਧਿਆਨ ਸਿਮਰਨ, ਇਹ ਦੀਨ ਨੂੰ ਨਾ ਛੱਡੀ। ਨਹੀਂ ਤਾਂ ਜਿਹੜਾ ਹੈਗਾ ਤੇਰਾ ਜਿਹੜਾ ਹੈਗਾ ਜੀਵਨ ਜਿਹੜਾ ਹੈਗਾ ਮਨੁੱਖੀ ਜੂਨ ਪਾਉਣਾ ਜਿਹੜਾ ਹੈਗਾ ਵੇਸਟ ਹੋ ਜਾਏਗਾ। ਫਿਰ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਆਪਣੇ ਆਪ ਹੀ ਆਪਣੇ ਜੀਵਨ ਨੂੰ ਤੂੰ ਜਿਹੜਾ ਹੈਗਾ ਲੁੱਕੀ ਲਾ ਦੇਗਾ। ਇਹ ਕੰਮ ਨਾ ਕਰੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਇਹੋ ਹੀ ਕਹਿਣਾ ਚਾਹੁੰਦੇ ਨੇ, ਕਹਿੰਦੇ ਕਿ ਆਤਮ ਗਿਆਨ ਪ੍ਰਾਪਤ ਕਰਨਾ ਸੀ, ਹਾਂ, ਉਹਨੂੰ ਪ੍ਰਾਪਤ ਕਰ ਲਈ, ਬਾਕੀ ਕੰਮ ਵੀ ਕਰੀ ਜਾ, ਕੋਈ ਗੱਲ ਨਹੀਂ ਬਸ। ਪਰ ਇਸ ਦਿਸ਼ਾ ਦੇ ਵੱਲ ਵੀ ਥੋੜਾ ਜਿਹਾ ਕੰਮ ਕਰੀ, ਕਿਤੇ ਇਹ ਨਾ ਹੋਵੇ ਕਿ ਇਹ ਦਿਸ਼ਾ ਦੇ ਵੱਲ ਤੂੰ ਮੂੰਹ ਹੀ ਨਾ ਚੁੱਕਿਆ ਹੋਵੇ, ਕਿਤੇ ਜਾਵੇਂ ਨਾ, ਤੂੰ ਵਿਚਾਰ ਨਾ ਕਰੇ। ਤੇ ਆਪ ਜਸਟ ਦੇਖੋ ਲੋਕੀ ਕਿਤੇ ਕਿੰਨੇ ਕੁ ਇੱਧਰ ਜਾ ਰਹੇ ਨੇ, ਕੋਈ ਜਾਣਾ ਚਾਹੁੰਦਾ ਹੀ ਨਹੀਂ। ਫਿਰ ਉਹ ਕਹਿੰਦੇ ਆ ਕਿ ਆਖਰ ਤੇ ਫਿਰ ਤੂੰ ਪਛਤਾਉਣਾ ਹੈ। ਬਿਲਕੁਲ ਟਾਈਮ ਆਊਗਾ ਜਦੋਂ ਤੇਰੇ ਪ੍ਰਾਣ ਨਿਕਲੇ ਨਾ, ਇਹ ਲਾਈਨ ਤੁਸੀਂ ਯਾਦ ਕਰਨੀ ਆ, ਮੇਰੀ ਗੱਲ ਯਾਦ ਰੱਖਿਓ। ਇੱਥੇ ਲਿਖੀ ਆ ਨੀ ਨਾ, ਕਹੇ ਕਬੀਰ ਜੈ ਜੈ ਆਓ ਫਿਰੇ। ਨਹੀਂ ਕਿਹੜੀ ਤੁਕ? ਹਾਂਜੀ, ਕਿਹੜਾ ਸੀ? ਕੀ ਕਹਿ ਰਹੇ ਹੋ ਜੀ ਗੋਰਖੀ ਸਾਹਿਬ? ਨਹੀਂ ਆਖਰੀ ਇੱਕ ਨਹੀਂ, ਉਹ ਜਿਹੜੀ ਆਖਰੀ ਤੁਕ ਕਿਹੜੀ ਬੋਲੇ ਸੀ? कबीर दीन गवाया दुनी स्यों, दुनी न चाली साथ, पाए कुहाड़ा मारिया गाफल अपने हाथ। हाँ, फिर वो कहते हैं कि समा होना है तेरा, फिर तू पछताएगा। तू वो चीज नूं जरूर याद करना। और वेखो ये बंदा कोई मारन लगदा ना, ਉਹਦੇ ਲਾਗੇ ਜਾ ਕੇ ਦੇਖਿਓ, ਬਹੁਤ ਨਿਰਾਸ਼ ਹੁੰਦਾ, ਕਿਉਂਕਿ ਉਹਨੇ ਉਹ ਤੇ ਫਲ ਖਾ ਲਿਆ, ਵੇਖ ਲਿਆ। ਹੁਣ ਸਾਡੇ ਵਰਗੀਆਂ ਨਾ ਕਈ ਮੱਛੀਆਂ ਤੁਰੀਆਂ ਜਾਂਦੀਆਂ ਨੇ, ਕਈ ਉਹ ਚੱਟ ਕੇ ਵਾਪਸ ਆ ਗਈਆਂ ਪੱਥਰ, ਉਹ ਚੱਟ ਕੇ ਆਈ ਆ। ਪਰ ਹੁਣ ਕਹਿੰਦੀ ਹੈ ਟਾਈਮ ਨਹੀਂ ਹੈਗਾ। ਬਸ ਹੁਣ ਮਨੁੱਖੀ ਜੂਨ ਨਹੀਂ ਮਿਲਣੀ ਗੋਰਖੀ ਸਾਹਿਬ, ਅੱਗੇ ਮਨੁੱਖੀ ਜੂਨ ਨਹੀਂ ਮਿਲਦੀ ਨਾ। ਮੇਨ ਪ੍ਰੋਬਲਮ ਤਾਂ ਆ ਹੈਗੀ ਨਾ। ਪਰ ਨਿੱਜਰ ਸਾਹਿਬ ਉਹਦੀ ਤੇ ਕੀਮਤ ਆ, ਉਹ ਤੇ ਥੋੜਾ ਬਹੁਤਾ ਕੰਮ ਕੀਤਾ ਹੋਵੇ ਤੇ ਸ਼ਾਇਦ ਹੋ ਸਕਦਾ ਕੰਮ ਮਿਲ ਜੇ। ਉਹਦੇ ਵਿੱਚ ਤੁਸੀਂ ਤੇ ਸਾਰੇ ਪੜ੍ਹੇ ਲਿਖੇ ਜੋ, ਉਹ ਕੰਪਾਰਟਮੈਂਟ, ਉਹ ਤੇ ਫਿਰ ਨਿੱਜਰ ਸਾਹਿਬ ਉਹਨੂੰ ਮਿਲਦੀ ਨਾ ਜਿਹੜਾ ਦੂਜੇ ਪਾਸ ਕਾਫੀ ਸਬਜੈਕਟਾਂ ਚ ਪਾਸ ਹੋਇਆ ਹੁੰਦਾ, ਇੱਕ ਤਾਂ ਥੋੜਾ ਘੱਟ ਵੱਧ ਹੋਏ। ਬਿਲਕੁਲ ਬਿਲਕੁਲ। ਉਹਨੂੰ ਕਹਿੰਦੇ ਵੀ ਤੂੰ ਹੋ ਸਕਦਾ ਤੂੰ ਬਿਮਾਰ ਹੋਇਆ, ਮੈਂ ਫਿਰ ਕੇ ਨਾ ਏਦਾਂ ਕਰਕੇ ਇੱਕ ਪੇਪਰ ਚ ਤੂੰ ਰਹਿ ਗਿਆ, ਤੂੰ ਕਰ ਕੀ ਰੀਅਪੀਅਰ ਹੋ, ਉਹ ਆਪਣਾ ਜਿਹੜਾ ਕੰਪਾਰਟਮੈਂਟ ਇਹਨੂੰ ਸਹੀ ਕਰ। ਬਿਲਕੁਲ। ਬਾਕੀ ਫੇਲ ਨੂੰ ਥੋੜੀ ਕਹਿੰਦੇ ਕਿ ਤੇਰੀ ਕੰਪਾਰਟਮੈਂਟ ਆਈ, ਉਹਨੂੰ ਕਹਿੰਦੇ ਭਰਾਵਾ ਤੂੰ ਸ਼ੁਰੂ ਤੋਂ ਚੱਲ। ਸਹੀ ਨਿੱਜਰ ਸਾਹਿਬ? ਬਿਲਕੁਲ।
ਲੌਜੀਕਲੀ ਹੈ, ਪ੍ਰੈਕਟੀਕਲ ਗੱਲ ਹੈ ਜਿਹੜੀ ਮੈਂ ਕੀਤੀ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਠੀਕ ਹੈ, ਓਕੇ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ। ਹਾਂਜੀ ਵੀਰ ਜੀ, ਬਹੁਤ ਵਧੀਆ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਿਵਾਜ ਮਿਹਰ ਕਰੋ। ਮੇਰੇ ਪਿਤਾ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਦੇ ਨਿਰੋਗਤਾ ਬਖਸ਼ਣੀ, ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਹੁਣ ਸਾਧ ਸੰਗਤ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।